खालसा वाहिगुरू जी की फतेह। कृपा करो दीन के दाते, मेरा गुनाहगार ना विचारो कोई, माटी का क्या तो पै स्वामी, मानस की गत ही, कोट पराध हमारे खंडो, अनेक विधि समझाओ, हम अज्ञान अल्प मत थोरी, तुम आपने विरद रखाओ, जो तो प्रेम खिलन का चाओ, सिर तर तली गली मेरी आओ, इत मार्ग पैर तरी जय, सिर दीजै कान न कीजै, इत मार्ग पैर तरी जय, सिर दीजै कान न कीजै, परम सन्मानी योग जुगो जुग टल चवर छत्र तख्त दे मालिक, दया सिंध कृपा निध गुरता गद्दी ते विराजमान सतगुरु, धन धन आद साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो, जो अज दे इन्हां विशेष गुरमत समागमां विच हाज़रियां भर के जीवन दीयां अमोलक घड़ियां नूं सफल बनाउण दा सफल यतन कर रहे हो। सतगुरु श्री गुरु नानक देव साहिब सच्चे पातशाह जियां दे पावन पवित्र प्रकाश पुरब नूं समर्पित लड़ीवार समागम समुचे विश्व संसार के अंदर हर गुरु घर में चल रहे हैं। उस लड़ी के तहत सतगुरु जी ने आपां सारिआं नूं इस समा बख्शिश किया है। अज सिख कौम के महान शहीद
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦਾ ਸ਼ਹੀਦੀ ਦਿਹਾੜਾ ਵੀ ਸਿੱਖ ਕੌਮ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ। ਆਓ ਇਹਨਾਂ ਮਹਾਨ ਪੁਰਬ ਔਰ ਦਿਹਾੜਿਆਂ ਨੂੰ ਸਮਰਪਿਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਆਪੋ ਆਪਣੀ ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਉੱਤੇ ਜਿਸ ਪੰਥ ਦੀ ਸ਼ੁਰੂਆਤ ਕੀਤੀ ਉਹਦਾ ਨਾਮ ਰੱਖਿਆ ਨਿਰਮਲ ਪੰਥ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਦਾ ਅਰਥ ਹੈ ਸ਼ੁੱਧ, ਬਿਲਕੁਲ ਪਿਓਰ, ਮੈਲ ਤੋਂ ਰਹਿਤ। ਦੁਨੀਆ ਵਿੱਚ ਕੋਈ ਵੀ ਚੀਜ਼ ਹੈ ਮਨੁੱਖ ਸ਼ੁੱਧ ਲੈਣੀ ਚਾਹੁੰਦਾ ਹੈ, ਔਰ ਤਕਰੀਬਨ ਜਿਨ੍ਹਾਂ ਦੁਕਾਨਾਂ ਉੱਤੇ ਕਿਸੇ ਚੀਜ਼ ਵਾਸਤੇ ਸ਼ੁੱਧ ਲਿਖਿਆ ਹੁੰਦਾ ਹੈ, ਪਿਓਰ ਲਿਖਿਆ ਹੁੰਦਾ ਹੈ, ਉਹਦੀ ਕੀਮਤ ਵੀ ਵੱਧ ਹੁੰਦੀ ਹੈ। ਸੰਸਾਰ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ ਜਿਨ੍ਹਾਂ ਦੀ ਪੈਦਾਇਸ਼ ਸ਼ੁੱਧ ਨਹੀਂ ਹੈ, ਮਨੁੱਖ ਦੀ ਵਰਤੋਂ ਵਿੱਚ ਲਿਆਉਣ ਵਾਸਤੇ ਸ਼ੁੱਧ ਕਰਨਾ ਪੈਂਦਾ ਹੈ। ਜਿਵੇਂ ਜਿੱਥੋਂ ਖਣਿਜ ਪਦਾਰਥ ਤੇਲ ਨਿਕਲਦੇ ਨੇ ਜਿਨ੍ਹਾਂ ਧਰਤੀਆਂ ਵਿੱਚੋਂ, ਉੱਥੋਂ ਸਾਧ ਸੰਗਤ ਸਿੱਧਾ ਧਰਤੀ 'ਚੋਂ ਤੇਲ ਕੱਢ ਕੇ ਮੋਟਰ ਗੱਡੀਆਂ 'ਚ ਨਹੀਂ ਪਾਇਆ ਜਾਂਦਾ। ਲੋਕਾਂ ਤੱਕ ਵਰਤੋਂ ਵਿੱਚ ਲਿਆਉਣ ਲਈ ਉਹਨੂੰ ਸ਼ੁੱਧ ਕਰਨਾ ਪੈਂਦਾ। ਉਹ ਪਿਓਰ ਕਰਕੇ, ਸ਼ੁੱਧ ਕਰਕੇ ਫਿਰ ਲੋਕਾਂ ਦੀ ਵਰਤੋਂ ਵਿੱਚ ਆਉਂਦਾ ਹੈ। ਜਿਨ੍ਹਾਂ ਧਰਤੀਆਂ 'ਚੋਂ ਸੋਨੇ ਦੇ ਕਣ ਮਿਲਦੇ ਨੇ, ਜਿੱਥੋਂ ਸੋਨੇ ਦੀ ਪੈਦਾਇਸ਼ ਹੈ, ਲੋਕ ਸਿੱਧਾ ਸੋਨਾ ਲੈ ਕੇ ਗਹਿਣੇ ਨਹੀਂ ਬਣਾ ਲੈਂਦੇ। ਉਸ ਸੋਨੇ ਨੂੰ ਕਿਸੇ ਸਰਾਫ ਦੀ ਟੈਕਨੀਕ ਵਿੱਚੋਂ ਗੁਜ਼ਰਨਾ ਪੈਂਦਾ ਹੈ, ਕਿਸੇ ਜਿਊਲਰ ਦੀ ਟੈਕਨੀਕ 'ਚੋਂ ਗੁਜ਼ਰਨਾ ਪੈਂਦਾ ਹੈ, ਫਿਰ ਉਹ ਲੋਕਾਂ ਤੱਕ ਸ਼ੁੱਧ ਕਰਕੇ ਪਹੁੰਚਾਇਆ ਜਾਂਦਾ ਹੈ, ਤਾਂ ਉਹਦੀ ਕੀਮਤ ਵੱਧਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਅੰਦਰ ਬਹੁਤਾਤ ਵਿੱਚ ਐਸੀਆਂ ਚੀਜ਼ਾਂ ਨੇ, ਜਿੱਥੇ ਰਾਜਸਥਾਨ ਵਿੱਚ ਪੱਥਰ ਹੈ, ਉਸ ਪੱਥਰ ਦੀ ਇੰਨੀ ਕੀਮਤ ਨਹੀਂ, ਪਰ ਜਦੋਂ ਉਹ ਸਿਲਾਂ ਸਵਾਰ ਕੇ ਘੜ ਕੇ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ, ਉਹ ਹਜ਼ਾਰਾਂ ਰੁਪਏ ਮਹਿੰਗਾ ਫੁੱਟ ਪੱਥਰ ਵਿਕਦਾ ਹੈ। ਇੱਕ ਉਰਦੂ ਦਾ ਵਿਦਵਾਨ ਲਿਖਦਾ ਹੈ, ਕਹਿੰਦਾ ਪੱਥਰ ਨੇ ਤਾਂ ਇੰਨੀ ਤਰੱਕੀ ਕੀਤੀ, ਜਿੰਨੀ ਦੇਰ ਤਰਾਸ਼ਿਆ, ਘੜਿਆ, ਸਵਾਰਿਆ ਨਹੀਂ ਸੀ, ਸ਼ੁੱਧ ਨਹੀਂ ਸੀ ਹੋਇਆ, ਸਵਾਰਿਆ ਨਹੀਂ ਸੀ ਗਿਆ, ਉਹਨੂੰ ਲੋਕ ਪੱਥਰ ਹੀ ਕਹਿੰਦੇ ਰਹੇ, ਉਹਦੇ ਉੱਤੇ ਪੈਰ ਰੱਖ ਕੇ ਵੀ ਗੁਜ਼ਰਦੇ ਰਹੇ। ਪਰ ਜਿੱਦਣ ਕਿਸੇ ਕਾਸ਼ਤਕਾਰ ਨੇ ਉਹਨੂੰ ਸਵਾਰ ਦਿੱਤਾ, ਉਦੋਂ ਉਸੇ ਪੱਥਰ ਦੀ ਉਹ ਮੂਰਤੀ ਬਣ ਜਾਂਦੀ ਹੈ, ਕਿਸੇ ਮੰਦਿਰ ਵਿੱਚ ਭਗਵਾਨ ਦੀ ਮੂਰਤੀ ਬਣ ਕੇ ਸਥਾਪਿਤ ਵੀ ਹੋ ਜਾਂਦੀ, ਲੋਕ ਉਹਨੂੰ ਮੱਥਾ ਟੇਕਦੇ ਨੇ। ਉਹ ਵਿਦਵਾਨ ਲਿਖਦਾ ਹੈ, ਸ਼ਾਬਾਸ਼ ਬੁੱਤੋ ਕਿਆ ਖੂਬ ਤਰੱਕੀ ਕੀ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਅਬ ਤਰਾਸ਼ੇ ਗਏ ਤੋ ਭਗਵਾਨ ਬਣ ਬੈਠੇ। ਜਦੋਂ ਕਿਸੇ ਨੇ ਸਵਾਰ ਦਿੱਤਾ, ਉਹ ਮੂਰਤੀ ਸਤਿਕਾਰਯੋਗ ਹੋ ਗਈ। ਇਸੇ ਤਰ੍ਹਾਂ ਸੰਸਾਰ ਵਿੱਚ ਮਨੁੱਖ ਦੀ ਪੈਦਾਇਸ਼ ਜਿਹੜੀ ਹੈ, ਉਹ ਮਾਤਾ ਪਿਤਾ ਤੋਂ ਸਿਰਫ ਸਰੀਰ ਦੀ ਪੈਦਾਇਸ਼ ਹੋ ਸਕਦੀ ਹੈ। ਮੈਂ ਇਹਨੂੰ ਬਹੁਤੇ ਵਿਸਥਾਰ ਵਿੱਚ ਨਹੀਂ ਕਹਾਂਗਾ। ਉਹਨੂੰ ਸ਼ੁੱਧ ਕਰਨ ਵਾਸਤੇ, ਸਵਾਰਨ ਵਾਸਤੇ ਕਿ ਉਹਦਾ ਜੀਵਨ ਸਫਲ ਹੋ ਜਾਏ, ਮਨੁੱਖ ਦਾ ਜੀਵਨ ਸਵਾਰਿਆ ਜਾਵੇ, ਘੜਿਆ ਜਾਵੇ, ਉਹਦੇ ਵਾਸਤੇ ਗੁਰੂ ਕੋਲ ਆਉਣਾ ਪੈਂਦਾ। ਗੁਰੂ ਸਿੱਖ ਦਾ ਜੀਵਨ ਸਵਾਰਦਾ ਹੈ। ਗੁਰੂ ਤੋਂ ਬਗੈਰ ਜੀਵਨ ਨਹੀਂ ਘੜਿਆ ਜਾ ਸਕਦਾ। ਸਰੀਰ ਦੀਆਂ ਬੁਨਿਆਦੀ ਲੋੜਾਂ ਪੂਰੀ ਕਰਨ ਵਾਸਤੇ ਵਪਾਰਕ ਕੰਮ ਸਿੱਖੇ ਜਾ ਸਕਦੇ ਨੇ। ਲੋਕ ਹੋਟਲ ਮੈਨੇਜਮੈਂਟ ਦਾ ਕੰਮ ਸਿੱਖਦੇ ਨੇ, ਵਪਾਰ ਕਿਵੇਂ ਕਰਨਾ ਹੈ, ਬਿਜ਼ਨਸ ਕਿਵੇਂ ਕਰਨਾ ਹੈ, ਇਹ ਬਾਹਰੋਂ ਸਿੱਖਿਆ ਜਾਂਦਾ ਹੈ। ਪਰ ਜੀਵਨ ਕਿਵੇਂ ਸਵਾਰਨਾ ਹੈ, ਇਹ ਸਿਰਫ ਗੁਰੂ ਕੋਲੋਂ ਸਿੱਖਿਆ ਜਾ ਸਕਦਾ ਹੈ। ਸਾਹਿਬ ਨੇ ਕਿਹਾ, ਮੈਂ ਤੈਨੂੰ ਸ਼ੁੱਧ ਕਰਾਂਗਾ, ਤੈਨੂੰ ਇਸ ਪੰਥ ਵਿੱਚ ਆਉਣਾ ਪੈਣਾ, ਜਿਹਦਾ ਨਾਮ ਰੱਖਿਆ ਨਿਰਮਲ ਪੰਥ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਕਿਸੇ ਚੀਜ਼ ਨੂੰ ਸ਼ੁੱਧ ਉਦੋਂ ਕੀਤਾ ਜਾਂਦਾ ਹੈ ਜਦੋਂ ਕਰਨ ਵਾਲੇ ਦੇ ਹੱਥ ਵਿੱਚ ਆ ਜਾਏ।
ਸੁਨਿਆਰ ਸੋਨੇ ਨੂੰ ਸ਼ੁੱਧ ਕਰਦਾ, ਕੋਠਾਲੀ 'ਚ ਪਾ ਕੇ ਉਹ ਆਪਣੀ ਗ੍ਰਿਫਤ ਵਿੱਚ ਰੱਖਦਾ, ਆਪਣੇ ਹੱਥ ਵਿੱਚ ਰੱਖਦਾ, ਆਪਣੇ ਅੰਡਰ ਵਿੱਚ ਰੱਖਦਾ। ਜਦੋਂ ਗੁਰੂ ਨੇ ਸਿੱਖ ਦਾ ਜੀਵਨ ਸਵਾਰਨਾ, ਫਿਰ ਗੁਰੂ ਉਹਦੇ ਜੀਵਨ ਨੂੰ ਆਪਣੇ ਅੰਡਰ ਵਿੱਚ ਲੈ ਲੈਂਦਾ। ਹੁਣ ਗੁਰੂ ਦੀ ਮਰਜ਼ੀ ਹੈ, ਜਦੋਂ ਜੀਵਨ ਘੜਿਆ ਜਾਣਾ, ਇਹ ਯਾਦ ਰੱਖਿਓ, ਗੁਰੂ ਨੇ ਆਪਣੀ ਮਰਜ਼ੀ ਨਾਲ ਮਨ ਨੂੰ ਚਲਾਉਣਾ। ਤੁਸੀਂ ਆਪਣੇ ਮਨ ਦੀ ਮੱਤ ਨਹੀਂ ਵਰਤ ਸਕਦੇ, ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਦੇ। ਸਿਰਫ ਗੁਰੂ ਮਨ ਦੀ ਮਰਜ਼ੀ ਖੋਹ ਲੈਂਦਾ, ਸਰੀਰ ਤੁਹਾਡਾ ਰਹੇਗਾ, ਪਰ ਮਨ ਦੇ ਅਨੁਸਾਰ ਚੱਲਣ ਵਾਲਾ ਸਰੀਰ ਜਿਹੜਾ ਹੈ, ਗੁਰੂ ਮਨ ਖੋਹ ਲੈਂਦਾ। ਹੁਣ ਗੁਰੂ ਦੇ ਅਨੁਸਾਰ ਉੱਠਣਾ ਪਏਗਾ। ਤੁਸੀਂ ਆਪਣੇ ਮਨ ਦੀ ਮਰਜ਼ੀ ਨਾਲ ਨਹੀਂ, ਗੁਰੂ ਦੀ ਮਰਜ਼ੀ ਨਾਲ ਜਾਗੋਗੇ। ਗੁਰੂ ਕਹੇਗਾ ਤੈਨੂੰ 10 ਵਜੇ ਤੱਕ 11 ਵਜੇ ਤੱਕ ਮੈਂ ਸੌਣ ਨਹੀਂ ਦੇਣਾ। ਗੁਰੂ ਨੇ ਜੀਵਨ ਘੜਨਾ, ਫਿਰ ਗੁਰੂ ਦਾ ਹੁਕਮ ਹੋਏਗਾ, ਝਾ ਲੰਗੇ ਉੱਠ ਨਾਮ ਜਪ, ਨਿਸਵਾਸਰ ਆਰਾਧ, ਕਾਰਾ ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਇਸੇ ਲਈ ਸਾਧ ਸੰਗਤ ਲੋਕ ਧਰਮ ਵਿੱਚ ਬਹੁਤ ਘੱਟ ਇੰਟਰਸਟ ਰੱਖਦੇ ਨੇ, ਕਿਉਂਕਿ ਮਨ ਜਿਹੜਾ ਹੈ ਉਹ ਦੇਣਾ ਬਹੁਤ ਔਖਾ ਹੈ, ਮਨ ਵੇਚਣਾ ਬਹੁਤ ਔਖਾ ਹੈ। ਵਿਦਿਆ ਸਾਗਰ ਵਿਦਵਾਨ ਨੇ ਇੱਕ ਨਾਟਕ ਲਿਖਿਆ, ਵੈਰੋਨਾ ਦੇ ਦੋ ਸਾਊ। ਉਹ ਜਦੋਂ ਪਰਦੇ ਤੇ ਫਿਲਮਾਇਆ ਗਿਆ, ਉਹਦੇ ਵਿੱਚ ਛੋਟਾ ਜਿਹਾ ਸੀਨ ਆਉਂਦਾ ਹੈ, ਮਾਲਕ ਨੌਕਰ ਨੂੰ ਬਹੁਤ ਗੁੱਸੇ ਹੋ ਕੇ ਝਿੜਕ ਰਿਹਾ ਹੈ, ਵੀ ਤੈਨੂੰ ਮੇਰੀ ਗੱਲ ਸਮਝ ਨਹੀਂ ਆ ਰਹੀ। ਉਹ ਨੌਕਰ ਕਹਿੰਦਾ ਜੀ ਸਮਝ ਨਹੀਂ ਆ ਰਹੀ। ਤਾਂ ਮਾਲਕ ਬੋਲਦਾ, ਤੂੰ ਕਿੰਨਾ ਮੂੜ, ਕਿੰਨਾ ਮੂਰਖ ਬੰਦਾ ਹੈ। ਆ ਵੇਖ ਹੱਥ ਵਿੱਚ ਪਕੜਿਆ ਮੇਰੇ ਡੰਡਾ, ਇਹ ਵੀ ਮੇਰੀ ਗੱਲ ਸਮਝਦਾ ਹੈ, ਬੇਜ਼ੁਬਾਨ ਵੀ ਮੇਰੀ ਗੱਲ ਸਮਝ ਰਿਹਾ ਹੈ, ਤੈਨੂੰ ਮੇਰੀ ਗੱਲ ਸਮਝ ਕਿਉਂ ਨਹੀਂ ਆਉਂਦੀ। ਨੌਕਰ ਨੇ ਜਵਾਬ ਬੜਾ ਪਿਆਰਾ ਦਿੱਤਾ, ਮਾਲਕ ਡੰਡਾ ਤੁਹਾਡੇ ਹੱਥ ਵਿੱਚ ਹੈ, ਮੈਂ ਤੁਹਾਡੇ ਹੱਥ ਵਿੱਚ ਨਹੀਂ। ਜਿੰਨੀ ਦੇਰ ਮਨ ਗੁਰੂ ਦੇ ਹੱਥ ਵਿੱਚ ਨਹੀਂ ਦੇਵਾਂਗੇ, ਇਹ ਜੀਵਨ ਕਦੇ ਨਹੀਂ ਘੜਿਆ ਜਾਏਗਾ। ਨਿਰਮਲ ਪੰਥ ਦੇ ਪੰਧੀ ਬਣ ਲਈ ਗੁਰੂ ਨੇ ਕਿਹਾ, ਮੈਨੂੰ ਤੇਰਾ ਮਨ ਚਾਹੀਦਾ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਜਦੋਂ ਮਨ ਗੁਰੂ ਦਾ ਹੋ ਜਾਏ, ਹੁਣ ਜੀਵਨ ਘੜਿਆ ਜਾਏ। ਇੱਕ ਪੌੜੀ ਤੁਸੀਂ ਜਪਜੀ ਸਾਹਿਬ 'ਚੋਂ ਸੁਣਦੇ ਹੋ, ਉੱਥੇ ਸਾਹਿਬ ਨੇ ਕਿਹਾ ਗੁਰੂ ਜੀਵਨ ਸਵਾਰ ਦਿੰਦਾ, ਪਰ ਪਹਿਲਾਂ ਸਿੱਖ ਨੂੰ ਮਿਹਨਤ ਦੇ ਖੰਡ ਵਿੱਚੋਂ ਗੁਜ਼ਰਨਾ ਪੈਂਦਾ। ਪੌੜੀ ਸ਼ੁਰੂ ਹੁੰਦੀ ਹੈ, ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਜਦੋਂ ਗੁਰੂ ਜੀਵਨ ਘਾੜਤ ਘੜ ਦਿੰਦਾ, ਤੁਸੀਂ ਉਪਮਾ ਰਹਿਤ ਹੋ ਜਾਓਗੇ, ਤੁਹਾਡੀ ਵਡਿਆਈ ਵਧਣ ਲੱਗ ਜਾਏਗੀ, ਤੁਸੀਂ ਪਿਓਰ ਹੋ ਜਾਓਗੇ, ਸ਼ੁੱਧ ਹੋ ਜਾਓਗੇ। ਔਰ ਸਾਧ ਸੰਗਤ, ਬਹੁਤਾਤ ਵਿੱਚ ਲੋਕ ਸਸਤੀਆਂ ਚੀਜ਼ਾਂ ਖਰੀਦਦੇ ਨੇ, ਸ਼ੁੱਧ ਦੇ ਆਦੀ ਬਹੁਤ ਘੱਟ ਲੋਕ ਨੇ। ਉਹ ਕਹਿੰਦੇ ਨੇ ਇੰਨੇ ਦੀਆਂ ਤਾਂ 4 ਆ ਜਾਂਦੀਆਂ ਨੇ ਦੁਨਿਆਵੀ ਤੌਰ ਤੇ ਵੀ। ਇਸ ਲਈ ਸ਼ੁੱਧ ਧਰਮ ਦੇ ਤੁਹਾਨੂੰ ਬਹੁਤ ਘੱਟ ਲੋਕ ਮਿਲਣਗੇ ਉਸ ਮਾਰਗ ਦੇ ਪੰਥੀ, ਉਧਰਲੇ ਪਾਸੇ ਜਾਣਗੇ ਜਿੱਥੇ ਉਹ ਕਹਿਣ ਅਸੀਂ ਆਪਣੇ ਮਨ ਦੀ ਮਰਜ਼ੀ ਵੀ ਕਰੀਏ ਤੇ ਅਸੀਂ ਗੁਰੂ ਦੇ ਸਿੱਖ ਵੀ ਰਹੀਏ। ਸਾਡੇ ਤੇ ਮੋਹਰ ਲੱਗ ਜਾਏ ਕਿ ਅਸੀਂ ਧਾਰਮਿਕ ਹਾਂ, ਪਰ ਮਰਜ਼ੀ ਆਪਣੀ ਮਨ ਦੀ ਹੋਣੀ ਚਾਹੀਦੀ। ਹਜ਼ੂਰ ਕਹਿੰਦੇ ਨੇ ਇਹ ਸ਼ਰਮ ਖੰਡ, ਮਿਹਨਤ ਦੇ ਖੰਡ 'ਚੋਂ ਗੁਜ਼ਰਨਾ ਪੈਣਾ। ਗੁਰੂ ਨੇ ਤੇਰੇ ਜੀਵਨ ਨੂੰ ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੈ ਪਿਛੈ ਪਛਤਾਹੇ। ਫਿਰ ਘੜਿਆ ਕੀ ਜਾਣੈ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਗੁਰੂ ਨੇ ਚਾਰੇ ਚੀਜ਼ਾਂ ਸਵਾਰਨੀਆਂ ਨੇ। ਸੁਰਤ ਮੀਨੰਗ ਉਹ ਭੰਡ ਹੈ ਜਿਹਦੇ ਵਿੱਚ ਵਸਤੂ ਨੇ ਟਿਕਣਾ। ਆਪਾਂ ਸੁਰਤੀ ਵਿੱਚ ਬਹੁਤ ਕੋਈ ਟਿਕਾ ਕੇ ਰੱਖਿਆ ਹੋਇਆ ਹੈ। ਇਹ ਸੁਰਤ ਕਰਕੇ ਤੁਹਾਨੂੰ ਯਾਦ ਹੈ ਕਿ ਤੁਸੀਂ ਕੌਣ ਹੋ। ਸੁਰਤ ਕਰਕੇ ਯਾਦ ਹੈ ਮੇਰੀ ਕਿੰਨੀ ਕੁਆਲੀਫਿਕੇਸ਼ਨ ਹੈ। ਸੁਰਤ ਕਰਕੇ ਯਾਦ ਹੈ ਮੇਰਾ ਘਰ ਕਿੱਥੇ ਹੈ। ਜੇ ਸੁਰਤ ਹਿਲ ਜਾਏ ਤੁਹਾਨੂੰ ਸਭ ਕੁਝ ਭੁੱਲ ਜਾਏਗਾ। ਸੁਰਤ ਦੇ ਭਾਂਡੇ ਵਿੱਚ ਬਹੁਤ ਕੁਝ ਰੱਖਿਆ ਹੋਇਆ ਹੈ। ਜ਼ਿੰਦਗੀ ਦੇ ਤਜਰਬੇ, ਜ਼ਿੰਦਗੀ ਦੀਆਂ ਚੰਗੀਆਂ ਮਾੜੀਆਂ ਗੱਲਾਂ, ਬਹੁਤ ਕੁਝ ਚੇਤਾ ਸ਼ਕਤੀ ਵਿੱਚ ਰੱਖਿਆ ਹੈ। ਉਹਨੂੰ ਸੁਰਤ ਕਹਿੰਦੇ। ਸੁਰਤ ਭਾਂਡਾ ਹੈ। ਭਾਂਡਾ ਮਲੀਨ ਹੋਵੇ ਉਹਦੇ ਵਿੱਚ ਕੀਮਤੀ ਵਸਤੂ ਵੀ ਮੈਲੀ ਹੋ ਜਾਂਦੀ ਹੈ। ਇਸੇ ਲਈ ਪਹਿਲਾਂ ਸਾਹਿਬ ਨੇ ਕਿਹਾ ਸੁਰਤ, ਗੁਰੂ ਨੇ ਸੁਰਤ ਘੜਨੀ ਹੈ। ਤੇਰਾ ਇਹ ਸੁਰਤ ਦਾ ਭਾਂਡਾ ਜਿਹਦੇ ਵਿੱਚ ਬਹੁਤ ਕੋਈ ਯਾਦ ਕਰਕੇ ਰੱਖਿਆ ਹੈ, ਇਹਨੂੰ ਗੁਰੂ ਨੇ ਸ਼ੁੱਧ ਕਰਨਾ। ਇਹ ਸਾਫ਼ ਹੋਏਗਾ, ਇਹਦੇ ਵਿੱਚ ਫਿਰ ਗੁਰੂ ਦੀ ਵਸਤੂ, ਗੁਰੂ ਦਾ ਗਿਆਨ ਟਿਕੇਗਾ। ਇਸ ਤੋਂ ਪਹਿਲਾਂ ਗਿਆਨ ਟਿਕਣ ਵਾਲਾ ਨਹੀਂ। ਤੂੰ ਸਿੱਧਾ ਗਿਆਨ ਕਿਤਾਬਾਂ ਤੋਂ ਲੈ ਸਕਣਾ, ਪਰ ਉਹ ਮੈਲਾ ਹੋ ਜਾਏਗਾ। ਕਿਉਂ? ਸੁਰਤੀ ਮੈਲੀ ਹੈ।
ਜਿੰਨੀ ਦੇ ਸੁਰਤ ਦਾ ਭਾਂਡਾ ਮਿਲੇ, ਸਾਹਮਣੇ ਖਲੋਤੇ ਸਹੀ ਇਨਸਾਨ ਵਿੱਚੋਂ ਵੀ ਗੁਣ ਨਹੀਂ ਦਿਸਣਗੇ। ਤੁਸੀਂ ਸੰਤ ਵਿੱਚੋਂ ਵੀ ਔਗਣ ਲੱਭਣ ਲੱਗ ਜਾਓਗੇ। ਜਿੱਦਣ ਸੁਰਤ ਦਾ ਭਾਂਡਾ ਸ਼ੁੱਧ ਹੋ ਗਿਆ, ਉਦਣ ਸਾਹਮਣੇ ਖਲੋਤੇ ਸ਼ਰਾਬੀ ਬੰਦੇ ਚੋਂ ਵੀ ਕੋਈ ਗੁਣ ਦਿਸ ਜਾਏਗਾ। ਇਸ ਲਈ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਜਾਏ ਆਪਣਾ ਪਿੜ ਮੱਲੀਐ, ਜਿੱਥੇ ਜਾਏ ਵਈਐ ਭਲਾ ਕਹੀਐ। ਕਦੋਂ ਕਹੋਗੇ? ਜਦੋਂ ਸੁਰਤ ਸ਼ੁੱਧ ਹੈ। ਨਹੀਂ, ਜਿੱਥੇ ਜਾ ਕੇ ਬੈਠਾਂਗੇ ਭਲਾ ਥੋੜੀ ਕਵਾਂਗੇ। ਜਿੱਥੇ ਜਾ ਕੇ ਬੈਠੋਗੇ ਉੱਥੇ ਚੁਗਲੀ ਨਿੰਦਿਆ ਕਰਾਂਗੇ, ਕਿਉਂਕਿ ਸੁਰਤ ਮਾੜੀ ਹੈ। ਜਦੋਂ ਸੁਰਤ ਸ਼ੁੱਧ ਹੈ, ਇਹ ਤੁਹਾਡੀ ਸੁਰਤ ਤੇ ਡਿਪੈਂਡ ਕਰਦਾ ਹੈ। ਇੱਕ ਚੀਜ਼, ਅਸ਼ਲੀਲਤਾ ਪਾਸੇ ਨਾ ਜਾਇਓ, ਸੁਰਤੀ ਤੇ ਡਿਪੈਂਡ ਹੈ। ਇੱਕ ਚਿੱਟਾ ਸ਼ਮਸ਼ਦਾੜ ਹੈ, ਉਮਰ 30 40 50 ਸਾਲ ਹੋਏਗੀ, 55 ਸਾਲ ਹੋਏਗੀ, ਕੋਈ 40 50 ਸਾਲ ਤੋਂ ਬਾਅਦ ਧੌਲੇ ਆਉਣ ਲੱਗ ਪੈਂਦੇ ਨੇ। ਉਮਰ 40 45 ਸਾਲ ਤੋਂ ਬਾਅਦ ਥੋੜੀ ਦਿਸਣ ਲੱਗ ਪੈਂਦੀ ਹੈ। 50 60 ਸਾਲ ਦੀ ਚਲੋ ਉਮਰ ਹੋਏਗੀ, ਨਾਲ ਉਹਦੀ ਧੀ ਜ਼ੁਬਾਨ ਬੱਚੀ ਜਾ ਰਹੀ ਹੈ। ਜੇ ਤਾਂ ਸੁਰਤ ਸ਼ੁੱਧ ਹੈ, ਤੁਹਾਡੀ ਸੁਰਤ ਪਕੜ ਕਰੇਗੀ। ਇੱਕ ਬਾਪ ਦੇ ਨਾਲ ਉਹਦੀ ਬੱਚੀ ਤੁਰੀ ਜਾ ਰਹੀ ਹੈ। ਜੇ ਸੁਰਤ ਮਲੀਨ ਹੈ, ਤੁਸੀਂ ਕਹੋਗੇ ਬੁੱਢਾ ਬੰਦਾ ਹੈ, ਜਵਾਨ ਕੁੜੀ ਲਈ ਫਿਰਦਾ ਹੈ। ਇਹ ਤੇ ਸੁਰਤ ਤੇ ਡਿਪੈਂਡ ਹੈ ਨਾ। ਸੋਚ ਕੀ ਰਹੇ ਹੋ? ਜਦੋਂ ਸੁਰਤ ਦਾ ਭਾਂਡਾ ਮੈਲਾ ਤਾਂ ਤੁਹਾਡੇ ਅੰਦਰ ਫੁਰਨੇ ਵੀ ਮਲੀਨ ਹੋਣਗੇ, ਮਨ ਵੀ ਮੈਲਾ ਹੋਏਗਾ, ਮੱਤ ਵੀ ਮੈਲੀ ਹੋਏਗੀ। ਸਾਹਿਬ ਨੇ ਕਿਹਾ, ਜਦੋਂ ਤੂੰ ਮਨ ਗੁਰੂ ਨੂੰ ਦੇਣਾ ਹੈ, ਪਹਿਲਾਂ ਗੁਰੂ ਨੇ ਜੀਵਨ ਸਵਾਰਨਾ, ਸੁਰਤ ਸ਼ੁੱਧ ਕਰਨੀ ਹੈ, ਅੱਖਾਂ ਨਾਲ ਦਿਸਣਾ ਸਹੀ ਹੋ ਜਾਏਗਾ। ਤੁਸੀਂ ਮੈਲਾ ਸੋਚ ਹੀ ਨਹੀਂ ਸਕੋਗੇ। ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿੱਥੇ ਸੁਰਤ ਸ਼ੁੱਧ ਹੋਣੀ ਹੈ, ਸੁਰਤ ਦਾ ਭਾਂਡਾ ਸ਼ੁੱਧ ਹੋਣਾ ਹੈ। ਇੱਕ ਕਿਸੇ ਘਰ ਵਿੱਚ ਅਲਖ ਜਗਾਈ ਸਾਧੂ ਨੇ ਆ ਕੇ ਭੋਜਨ ਦੀ ਮੰਗ ਕੀਤੀ। ਮਾਈ ਨੇ ਕਿਹਾ, ਬਾਬਾ ਭੋਜਨ ਤੇ ਲੈ ਲੈ, ਕੋਈ ਧਰਮ ਦੀ ਵੀ ਗੱਲ ਦੱਸ, ਕੋਈ ਰੱਬ ਦੇ ਘਰ ਦਾ ਵੀ ਮਾਰਗ ਦੱਸੋ। ਬਹੁਤਾਤ ਵਿੱਚ ਲੋਕ 99% ਧਰਮ ਉੱਪਰੋਂ ਉੱਪਰੋਂ ਪੁੱਛਦੇ ਨੇ, ਅੰਦਰੋਂ ਪੁੱਛਣਾ ਹੀ ਨਹੀਂ ਚਾਹੁੰਦੇ। ਕਿਉਂਕਿ ਜਦੋਂ ਤੁਸੀਂ ਅੰਦਰੋਂ ਧਰਮੀ ਹੋਵੋਗੇ, ਬੜਾ ਕੁਝ ਛੱਡਣਾ ਪੈਂਦਾ। ਇਸ ਲਈ ਅਸੀਂ ਬਾਹਰੋਂ ਕਹੀਦਾ, ਸਾਡੇ ਤੇ ਵੀ ਕਿਰਪਾ ਕਰੋ ਜੀ, ਸਾਨੂੰ ਵੀ ਨਾਮਦਾਨ ਬਖਸ਼ੋ, ਭਾਈ ਸਾਹਿਬ ਸਾਡਾ ਵੀ ਕੋਈ ਭਲਾ ਹੋ ਜਾਏ, ਸਾਨੂੰ ਵੀ ਕਿਰਪਾ। ਇਹ ਉੱਪਰੋਂ ਸ਼ਬਦ ਕੜੇ ਹੋਏ, ਜਿਹੜੇ ਸਿਰਫ ਬਾਹਰੋਂ ਕਿਰਪਾ ਮੰਗ ਰਹੇ। ਹੁਣ ਤੁਸੀਂ ਜਿੰਨੇ ਸਰੀਰ ਬੈਠੇ ਹੋ, ਇੱਕ ਵਿਚਾਰ ਕਰਿਓ, ਮੱਥਾ ਟੇਕਣ ਲੱਗਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕੀ ਮੰਗਿਆ? ਸ਼ਾਇਦ ਕਿਸੇ ਇੱਕ ਅੱਧ ਨੂੰ ਚੇਤਾ ਹੋਵੇ, ਨਹੀਂ ਤੇ 99% ਮੱਥਾ ਟੇਕਿਆ, ਪਤਾ ਹੀ ਨਹੀਂ ਕੀ ਮੰਗਿਆ। ਰਟੇ ਹੋਏ ਸ਼ਬਦ ਨੇ, ਰਟੇ ਹੋਏ ਸ਼ਬਦ। ਜਿਹੜੇ ਸੁਰਤੀ ਨੇ ਨਹੀਂ ਮੰਗੇ, ਸੁਰਤੀ ਨੇ ਕੁਝ ਵੀ ਨਹੀਂ ਕਿਹਾ, ਉਹ ਤਾਂ ਕਿਤੇ ਹੋਰ ਗਵਾਚੀ ਹੋਈ ਸੀ। ਇਹ ਤਾਂ ਜ਼ੁਬਾਨ ਦੇ ਰੋਜ਼ ਦੇ ਰਟੇ ਸ਼ਬਦ ਨੇ। ਇਸ ਤਰ੍ਹਾਂ ਕਹਿਣਾ, ਇਸ ਤਰ੍ਹਾਂ ਘੁੰਮ ਕੇ ਬਹਿਣਾ, ਬਸ ਇੱਥੇ ਤੱਕ ਸੀਮਤ ਹੈ। ਸੁਚੇਤ ਨਹੀਂ, ਅਚੇਤ ਹੈ, ਜਾਗੇ ਹੋਏ ਨਹੀਂ। ਜਦੋਂ ਗੁਰੂ ਕੋਲ ਆਓਗੇ, ਸਾਹਿਬ ਝੰਜੋੜ ਕੇ ਕਹਿਣਗੇ, ਜਾਗ ਲਿਹੋ ਨੇ ਮਨਾ, ਜਾਗ ਲਿਹੋ, ਕਹਾਂ ਗਾਫਲ ਸੋਇਆ, ਕਿਹੜੀ ਨੀਂਦ ਵਿੱਚ ਸੁਰਤ ਸੁੱਤੀ ਪਈ ਹੈ, ਜਾਗ ਕੇ ਕਰ ਕੰਮ। ਇੱਕ ਤੁਹਾਡਾ ਤਜਰਬਾ ਰਹਿਣਾ, ਆਉਣ ਵਾਲਾ ਸਮਾਂ ਵੀ ਲੋਕਾਂ ਵਾਸਤੇ ਬਹੁਤ ਡਿਫਿਕਲਟ ਦੌਰ ਆ ਰਿਹਾ ਹੈ। ਅੱਜ ਦੀ ਦੁਨੀਆ ਵਿੱਚ ਵੀ 99% ਲੋਕ ਕਰੋੜਾਂ ਉੱਤੇ ਮੈਂਟਲੀ ਐਬਸੈਂਟ ਹੋ ਕੇ ਚੱਲਦੇ ਨੇ। ਸਰੀਰ ਕਿਤੇ ਹੋਰ ਹੈ, ਮਨ ਕਿਤੇ ਹੋਰ ਹੈ। ਇਸ ਲਈ ਅਚਾਨਕ ਯਾਦ ਆਉਂਦਾ, ਲੈਫਟ ਨਹੀਂ ਰਾਈਟ ਮੁੜਨਾ ਸੀ, ਐਕਸੀਡੈਂਟ ਹੁੰਦੇ ਨੇ। ਸੁਰਤ ਕਿੱਥੇ ਹੈ? ਸੁਰਤੀ ਵਿੱਚ ਇੰਨਾ ਕੁਝ ਭਰ ਲਿਆ, ਹੁਣ ਸਾਧ ਸੰਗਤ ਇਹ ਸੁਰਤ ਸਹੀ ਦਿਸ਼ਾ ਵੱਲ ਨਹੀਂ ਜਾਂਦੀ। ਮੈਂ ਯੁੱਗ ਦੀਆਂ ਉਦਾਹਰਨਾਂ ਨਾਲ ਕੋਸ਼ਿਸ਼ ਕਰਾਂਗਾ ਆਪਾਂ ਇਹਦੇ ਉੱਤੇ ਥੋੜ੍ਹੀ ਜਿਹੀ ਪਕੜ ਬਣਾਈਏ। ਤੁਹਾਡੇ ਕੋਲ ਮੋਬਾਈਲ ਨੇ, ਲੈਪਟਾਪ, ਕੰਪਿਊਟਰ ਸਭ ਕੁਝ ਰੱਖਿਆ ਹੈ। ਅੱਜ ਕੱਲ੍ਹ ਸਾਰਾ ਕੁਝ ਕਾਗਜ਼ੀ ਸਿਸਟਮ ਬੰਦ ਹੋ ਰਿਹਾ ਹੈ, ਇਲੈਕਟ੍ਰੋਨਿਕ ਯੁੱਗ ਹੈ, ਕੰਪਿਊਟਰ ਵਿੱਚ ਹੀ ਹੈ ਸਭ ਕੁਝ। ਹੁਣ ਤੇ ਜੋਬ ਉੱਤੇ ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਵੀ ਪੈਨ ਨਾਲ ਨਹੀਂ ਲੱਗਦੀ। ਇਸ ਤਰ੍ਹਾਂ ਦਾ ਕਈਆਂ ਥਾਵਾਂ 'ਤੇ ਸਿਸਟਮ ਬਣ ਗਿਆ, ਤੁਸੀਂ ਥੰਮ ਪੰਚ ਕਰਨਾ ਔਰ ਤੁਹਾਡੀ ਹਾਜ਼ਰੀ ਲੱਗ ਗਈ। ਇੰਨੇ ਵਜੇ ਕੇ ਇੰਨੇ ਮਿੰਟ ਇੰਨੇ ਸਕਿੰਟ 'ਤੇ ਤੁਸੀਂ ਹਾਜ਼ਰ ਹੋ ਗਏ। ਉਸ ਕੰਪਿਊਟਰ ਦੇ ਯੁੱਗ ਵਿੱਚ ਕੰਪਿਊਟਰ, ਲੈਪਟਾਪ ਜਾਂ ਤੁਹਾਡੇ ਕੋਲ ਮੋਬਾਈਲ ਹੈ, ਇਹਦੇ ਵਿੱਚ ਇੱਕ ਸੌਫਟਵੇਅਰ ਰੱਖਣਾ ਪੈਂਦਾ, ਉਹਨੂੰ ਐਂਟੀ ਵਾਇਰਸ ਸੌਫਟਵੇਅਰ ਕਹਿੰਦੇ। ਮੇਰੇ ਨਾਲੋਂ ਵੱਧ ਤੁਸੀਂ ਪੜ੍ਹੇ ਲਿਖੇ ਹੋ, ਮੇਰੀ ਕੁਆਲੀਫਿਕੇਸ਼ਨ ਘੱਟ ਹੈ। ਐਂਟੀ ਵਾਇਰਸ ਸੌਫਟਵੇਅਰ ਜਿਹੜਾ ਹੈ
वो अपडेट रखना पैंदा। क्यों? वायरस ना आ जाए। वायरस किधरों आउंदा है? तुहाडे हत्थां विच मोबाइल है, कोई वायर सिस्टम नहीं, तार नहीं विछी हुई, इत्थे बैठे इंग्लैंड गल कर लेंदे हो, वो भी वाई वीडियो कर लेंदे हो, कित्थों लंघ रहा सब कुछ। इस खुले दौर विच वायरस की आने की संभावना वध गई है, इसलिए एंटी वायरस सॉफ्टवेयर बड़े महंगे विकन लग पे ने। जिहदा जिन्ना कीमती डॉकूमेंट होएगा उन्ना ही उन्होंने महंगा सॉफ्टवेयर रखना पैना। क्यों? जे उहदे विच वायरस आ गया, तुहाडा कंप्यूटर, तुहाडा मोबाइल हैंग होने लग पेगा, स्लो चलने लग जाएगा, एक दिन विचलियां सारियां फाइलां करप्ट कर देगा। उन्होंने वार वार एंटी वायरस सॉफ्टवेयर जिहड़ा उन्होंने तुसी अपडेट करते रहेंगे। इस तरह असुरत भी कंप्यूटर है, जिथों मनुख ने खोज की है। साध संगत, सुरती भी इत्थे बैठिया बहुत कुछ सोचती है, बड़ा कुछ ये अंदर घूम रहा है। तुसी इत्थे बैठे एक पल विच, शरीर इत्थे बैठा है, सोच किसी होर कंट्री विच रहा है। ये वायरस आने की संभावना वध है, आँदी है वायरस। काम, क्रोध, लोमो, अहंकार, ईर्खा, द्वेष, निंदिया, झूठ, चुगली, वो वायरस इन्नी वध गई है कि शरीर रोगी होने लग पे। 30 साल की उम्र में थायराइड, BP, ब्लड प्रेशर, शुगर, ये बीमारियां क्यों? वायरस वध रहे। किसी डॉक्टर को इसकी कोई दवाई नहीं, सिर्फ तुहाडियां टैबलेट वध जाणगियां। जिन्ने रोग बदलणगे उन्नियां गोलियां वधदियां जाणगियां। सतगुरां जिहड़ा निर्मल पंथ तोरिया सी, उहदे विच इहो मार्ग दिता सी, तेरी सुरती शुद्ध हो जाए, शरीर के रोग भी घट सकते हैं। महाराज सुरत शुद्ध किवें होवे? सवाल ये है। तो हजूर ने कि कोई तरीका है, गुरु ने मत, सुरत, मन सब कुछ घट देना है। सुरती का भांडा पता कदे नाल धोता जाना है? तैनूं रोज़ उठ के मैडिटेशन करनी पैगी, सुरत टका के ये रोज़ कहना पेगा वाहिगुरु 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 वाहिगुरु। नाल दी नाल जिन्ना वायरस है धोता जाएगा। किते लिखा होया है, तुसी जपजी साहिब भी पढ़ो, उहदे विच हजूर ने वाह एग्जाम्पल गल की है। कपड़ा मैला है, अज पहने ये मैला हो गया, इनू सुट थोड़ी दिता है क्योंकि महंगा है। इनू धो के लॉन्ड्री विच किसी मशीन विच फिर प्रेस करके फिर रख लिया, परसों चौथे फिर यूज होएगा। भांडियां विच प्रशादा छकिया है, तुसीं सुट थोड़ी दिंदे हो, धो के रख लेंदे हो। 24 घंटे शरीर मैला हुंदा है, इनू भी साबण पानी नाल धो लईदा है। साहब ने कहा सुरत की भी संभावना है कि ये मैली हो सकती है, 100% मैली होएगी। इनू शुद्ध करने का कोई तरीका है? रोज़ सवेरे उठदे सार पहला कह वाहिगुरु वाहिगुरु, आखो वाहिगुरु 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 वाहिगुरु, आखो सतनाम श्री वाहिगुरु। हुण पौड़ी पढ़ो। हजूर कहते ने भरी है हथ पैर तन दे, पढ़ो पानी धोते उतरस, मूत पलीती कपड़ होए, दे साबुन लईए ओ। हुण अगली गल आई, भरी है मत पापा कै संग, ओ तो पहनावे कै रंग। आ जिहड़ी सुरत मत भर रही ना पापा नाल, ये शुद्ध कादे नाल होनी? नावे कै रंग। इनू प्रेम नाल शुद्ध करना पैना, जपना पैना वाहिगुरु वाहिगुरु, इन्हें तां शुद्ध होना। जदों साधु ने अलख जगाई ना, माई ने कहा सानू भी धर्म दिओ, कोई सानू भी रब दे राह दी गल दसो। बाबा भोजन लैके चलिया जाता है, कोई रब दे घर दी गल। उनका माई फिर तू रुक जा, भोजन ना दे, थोड़ी देर रुक जा, फिर मैं दसना है। मैं थोड़े 2 घर चों घूम के आवां। वो थोड़ा घूम के आ गया। जदों उन्हें दोबारा आके दरवाजे उत्ते डोर उत्ते फिर अलख जगाई, माई ने कहा दसो बाबा जी की छकना है? उन्हें कहा दुध लैके आओ। माई दुध लैके आई तो उस बाबे ने कटोरा अगे किया। जदों माई दुध कटोरे में पाउण लगी तो वेख्या वो भांडा जिहड़ा कटोरा है वो तो गंदगी नाल लिबड़िया है, मिट्टी नाल भरिया हुआ है। उन्हें कहा बाबा इनू धोना पैना है, गंदा है भांडा।
उन्होंने कहा नहीं माता इसी तरह दुध पा दे। उन्होंने कहा बाबा की गल करना है, मैं इन्ना कीमती दुध इस गंदे भांडे में पावांगी, ये दुध भी खराब हो जाएगा, लिया पहला भांडा धो दा फिर ये दुध पाया पीता जा सकता है, नहीं तो इन्ने गंदे भांडे में पाया दुध तू किवें पी सकना है। तो उस बुजुर्ग साधु ने मुस्कुरा के कहा बस माई दुध भांडे की गल छड्ड, असल में पूरे जगत की कहानी है, इहो कुछ तेरी भी कहानी है। तू कहनी कोई रब के घर की गल उपदेश दस, रब के घर का ज्ञान तां टिकेगा ना जे सुरत का भांडा शुद्ध होएगा। पहला सुरती तो शुद्ध करो, ये ईरखा द्वैश निंदिया चुगली कितना कुछ भरिया है, ये शुद्ध ही नहीं है, ये ज्ञान कितों टिकेगा। वस्तु अंदर वस्त समावे, जे दूजी होवे पास, मेरा भांडा कटोरा गंदा है, एक मामूली जिहा दुध पीना ये गंदे भांडे में पीता नहीं जा सकता। सुरती मैली है, ये किवें गुरु का ज्ञान टिक सकता है। इनू शुद्ध कर, गुरु शुद्ध करेगा। तिथ है, घड़ी है, सुरत, मत, मन, बुद्ध, गुरु फिर इन्हां चीज़ों को सवारदा है। और साध संगत बड़े कमाल की गल है, तुसीं किसी कपड़े नूं प्रैस करने वास्ते दिंदे हो, धोण वास्ते दिंदे हो, वो धोण वाला ऐ नहीं वे जोर जोर नाल पत्थर ते मार के तीजे दिन तुहाडा कपड़ा पाड़ के लै, उहनूं प्यार नाल धोना पैंदा। भांडे घरां विच कोई बहुत जोर जोर नाल नहीं तुसीं चुक चुक के सिੱਟਦੇ, बड़े प्यार नाल साफ किए जाते हैं। कोई भी काम जदों प्यार नाल किया जाए वह भार नहीं लगेगा। साध संगत जदों कोई काम वधा चट्टी किया जाए वो भार लगता है। लोग धर्म वधा चट्टी कमाते हैं, दुख आ रहा है सुखमनी साहब कर लीए, घर में कम नहीं बन रहा सुखमनी साहब कर लीए, ये वधा चट्टी है, ये प्यार नहीं। और तुहानूं ये कर्म कदे परमात्मा तक नहीं पहुँचाएगा, पदार्थ तक सीमित रह जाओगे। एक साधु पहाड़ी चढ़ रहा सी, उहदे कोल सफरी समान है, सौण वास्ते एक बिस्तरा है, उपर लैण लई चादर है, एक दो भांडे ने, एक छतरी है, कुल मिला के 8-10 किलो का वजन होना। उन्हें अपनी कंध ते इस तरह पिछे वजन चुकया है तो पहाड़ी चढ़ता है, थकावट महसूस होई, रुक गया। इन्ने नूं एक नौजवान बच्ची आई, उन्हें अपनी गोदी में एक बच्चा चुकया हुआ है, वो बच्चा कोई 7-8 साल का होना। हुण 7 साल का बच्चा जिहड़ा है, इट मीनस उसका भार 21-22 किलो होना। उन्हें 20-22 किलो का बच्चा गोदी चुकया है, तो वह बच्ची बड़ी काहली नाल तेजी नाल पहाड़ी चढ़ रही है। वह बजुर्ग साधु वेखदा है, इनू भार नहीं लग रहा, बड़ी छेती छेती पहाड़ी चढ़ रही है, मैं 8-10 किलो भार चुकया, ये नालों अद्धा भार चुकया, मैं तां भी थक गया। ये लड़की बड़ी काहली नाल इन्ना भार चुक के चढ़ रही है। जदों कोलों लंघण लगी, उन्हें आवाज़ दे के मारिया, बेटा 1 मिनट रुक जाओ। आवाज़ दे के रोक लिया। वो बच्ची बोली, बाबा जी दसो। कहने लगा, बेटा तेरे नालों मैं अद्धा भार चुकया है, पर मेरे तो पहाड़ी नहीं चढ़िया जाता, थकावट हो गई है, मैनू भार लगता है। आ तू 6-7 साल का बच्चा 21-22 किलो का भार है, बेटा इनू चुक के तू दवा दव पहाड़ी चढ़ी जानी, तेनू भार नहीं लग रहा, तेनू भार नहीं लग रहा। उस बच्ची ने गल बड़ी कमाल की कही, तुहाडे कम आउण वाली है। वो नौजवान बच्ची बोली, कहनी संत जी, बाबा जी, संत जी तुसी भार चुकया होया है, तुहानू भार लग रहा है, भावें 8-10 किलो ही है। संत जी तुसी भार चुकया होया है, तुहानू भार लग रहा है। मैं भार नहीं चुकया होया, मैं भरा चुकया होया है। भरावां दा भार नहीं हुंदा, मैं भरा प्यार नाल चुकया होया है। जिहड़ी चीज़ प्यार नाल चुकी जावे उहदा भार नहीं लगदा। जिदन गुरु जीवन घड़ दिंदा है, उदन अमृत वेले उठना तुहानू भार नहीं लगेगा। इस तो पहला भार लगदा है। 8-10 दिन प्रभात फेरियां हुंदियां, कईयां नूं उठना औखा लगदा है। जदों गुरु जीवन घड़ दिंदा है, तुहानू अमृत वेले उठना भार नहीं लगेगा। जदों गुरु प्यार पैदा कर दिंदा है, फिर तुहानू ककार पहनने भार नहीं लगेगा। फिर सिक्खी रखनी कोई भार नहीं, अमृत छकना कोई भार नहीं, केस दाढ़ी रखने कोई भार नहीं, किरपान पहननी कोई भार नहीं। क्यों? प्यार पै गया। जदों ककारां नाल प्यार पै जाए,
ਤੁਹਾਨੂੰ ਭਾਰਾ ਨਹੀਂ ਲੱਗੇਗਾ ਸਿੱਖੀ ਦਾ ਕੰਮ। ਤੁਹਾਨੂੰ ਅੰਮ੍ਰਿਤ ਵੇਲੇ ਉੱਠਣਾ ਭਾਰਾ ਨਹੀਂ, ਤੁਹਾਨੂੰ ਨਿਤਨੇਮ ਕਰਨਾ ਭਾਰਾ ਨਹੀਂ ਲੱਗੇਗਾ। ਕਿਉਂ? ਤੁਸੀਂ ਪਿਆਰ ਨਾਲ ਕਰ ਰਹੇ ਹੋ। ਉਸ ਬੱਚੀ ਨੇ ਕਿਹਾ, ਬਾਬਾ ਤੈਨੂੰ ਭਾਰ ਤਾਂ ਲੱਗਦਾ, ਤੂੰ ਭਾਰ ਚੁੱਕਿਆ ਹੈ। ਮੈਂ ਭਾਰ ਨਹੀਂ ਚੁੱਕਿਆ, ਮੈਂ ਭਰਾ ਚੁੱਕਿਆ ਹੈ। ਭਰਾ ਪਿਆਰਾਂ ਨਾਲ ਚੁੱਕੇ ਜਾਂਦੇ ਨੇ, ਪਿਆਰ ਨਾਲ ਚੁੱਕੀ ਹੋਈ ਚੀਜ਼ ਦਾ ਭਾਰ ਨਹੀਂ ਹੁੰਦਾ। ਸਿੱਖੀ ਪਿਆਰ ਨਾਲ ਚੁੱਕਣ ਵਾਲਾ ਮਾਰਗ ਹੈ। ਇਸ ਲਈ ਸਾਹਿਬ ਨੇ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜੇ ਤੇਰੇ ਅੰਦਰ ਪਿਆਰ ਪ੍ਰੇਮ ਹੈ ਤਾਂ ਪ੍ਰੇਮ ਨਾਲ ਇਹ ਮਾਰਗ ਖੇਡਿਆ ਜਾਣਾ। ਉਂਝ ਇਹ ਖੇਡ ਖੇਡੀ ਨਹੀਂ ਜਾ ਸਕਦੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਰੱਬ ਨੂੰ ਮਿਲਣ ਦਾ ਮਾਰਗ ਪ੍ਰੇਮ ਹੈ, ਔਰ ਪ੍ਰੇਮ ਵਿੱਚ ਤੁਹਾਨੂੰ ਭਾਰ ਲੱਗੇਗਾ ਹੀ ਨਹੀਂ ਕਦੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਸਵਈਆ ਤੁਹਾਨੂੰ ਯਾਦ ਹੈ, ਜੇ ਤੁਸੀਂ ਨਿਤਨੇਮ ਕਰਦੇ ਹੋ। ਉਹਦੇ ਵਿੱਚ ਸਾਹਿਬ ਨੇ ਕਿਹਾ, ਰੱਬ ਨੂੰ ਮਿਲਣਾ ਹੋਵੇ ਕਿਸੇ ਗਿਆਨ ਨਾਲ ਨਹੀਂ ਮਿਲਦਾ। ਗਿਆਨ ਨਾਲ ਰਸਤਾ ਸਿੱਧਾ ਕੀਤਾ ਜਾ ਸਕਦਾ ਹੈ। ਰੱਬ ਨੂੰ ਮਿਲਣਾ ਹੋਵੇ ਕਿਸੇ ਧਿਆਨ ਨਾਲ ਨਹੀਂ ਮਿਲਦਾ। ਧਿਆਨ ਲਾਉਣਾ ਚੰਗੀ ਗੱਲ ਹੈ, ਪਰ ਕੋਈ ਬੰਦਾ ਧਿਆਨ ਲਾ ਕੇ ਕਵੇ ਮੇਰਾ ਤਾਂ ਧਿਆਨ ਬਹੁਤ ਗਹਿਰਾ ਹੋ ਗਿਆ, ਇੱਦਾਂ ਤਾਂ ਜੋਗੀ ਵੀ ਬਹੁਤ ਲੰਬਾ ਲੰਬਾ ਧਿਆਨ ਲਾਉਂਦੇ ਰਹੇ, ਜਿਨ੍ਹਾਂ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਇਹ ਜਿਹੜਾ ਤੁਸੀਂ ਮਊਆ ਨਸ਼ਾ ਪੀ ਕੇ ਧਿਆਨ ਲਾਉਂਦੇ ਹੋ, ਰੱਬ ਨੂੰ ਮਿਲਣ ਵਾਸਤੇ ਨਹੀਂ, ਇਹ ਤਾਂ ਉਮਰ ਵਧਾਉਣ ਵਾਸਤੇ ਕਰ ਰਹੇ, ਇਹ ਤਾਂ ਰਿੱਧੀਆਂ ਸਿੱਧੀਆਂ ਵਾਸਤੇ ਕਰ ਰਹੇ। ਰੱਬ ਨੂੰ ਪਾਉਣ ਵਾਸਤੇ ਪ੍ਰੇਮ ਦਾ ਨਸ਼ਾ ਚਾਹੀਦਾ ਹੈ। ਔਰ ਸਾਧ ਸੰਗਤ, ਕਿਸੇ ਧਿਆਨ ਨਾਲ ਰੱਬ ਨਹੀਂ ਮਿਲਦਾ, ਕਿਸੇ ਗਿਆਨ ਨਾਲ ਨਹੀਂ ਮਿਲਦਾ। ਇੱਕ ਧਰਮ ਉੱਤੇ ਹਜ਼ੂਰ ਨੇ ਹੋਰ ਕਟਾਕਸ਼ ਕੀਤੀ ਹੈ, ਕਿਸੇ ਇਸ਼ਨਾਨ ਨਾਲ ਵੀ ਰੱਬ ਨਹੀਂ ਮਿਲਦਾ। ਉਹ ਸਾਧਨ ਹੋ ਸਕਦਾ ਹੈ ਰੱਬ ਦੇ ਨੇੜੇ ਜਾਣ ਵਾਸਤੇ, ਭਾਵਨਾ ਪੈਦਾ ਕਰਨ ਵਾਸਤੇ। ਦੋ ਚੀਜ਼ਾਂ ਮੈਂ ਕਹਾਂਗਾ ਅਖੀਰ ਤੇ, ਜੇ ਮੇਰੇ ਧਿਆਨ ਵਿੱਚ ਰਹੀਆਂ। ਸਾਧਨ ਧਰਮ ਦਾ ਕੋਈ ਵੀ ਤੁਹਾਡੇ ਅੰਦਰ ਭਾਵ ਪੈਦਾ ਕਰ ਸਕਦਾ ਹੈ, ਭਾਵਨਾ ਪੈਦਾ ਕਰ ਸਕਦਾ ਹੈ। ਤੀਰਥਾਂ ਤੇ ਜਾਣਾ ਮਾੜਾ ਨਹੀਂ, ਅੰਦਰ ਭਾਵਨਾ ਪੈਦਾ ਹੋ ਜਾਏ। ਗਿਆਨ ਇਕੱਠਾ ਕਰਨਾ ਮਾੜਾ ਨਹੀਂ, ਅੰਦਰ ਪ੍ਰੇਮ ਪੈਦਾ ਹੋ ਜਾਏ। ਸਾਧ ਸੰਗਤ, ਦੁਨਿਆਵੀ ਤੌਰ ਤੇ ਧਿਆਨ ਲਾਉਣਾ ਮਾੜਾ ਨਹੀਂ, ਪਰ ਉਸ ਧਿਆਨ ਵਿੱਚ ਪ੍ਰੇਮ ਪੈਦਾ ਹੋ ਜਾਏ। ਜੇ ਪ੍ਰੇਮ ਨਹੀਂ, ਉਹ ਧਿਆਨ ਕਿਸੇ ਹੋਰ ਲਾਲਚ ਵਾਸਤੇ ਲੱਗ ਰਿਹਾ ਹੈ, ਫਿਰ ਤਾਂ ਸਾਹਿਬ ਨੇ ਕਿਹਾ, ਦਰਿਆ ਦੇ ਕੰਢੇ ਬਗਲਾ ਵੀ ਬੈਠਾ, ਉਹ ਵੀ ਧਿਆਨ ਲਾ ਲੈਂਦਾ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਈਆ ਹੈ, ਜਿਹਦੇ ਵਿੱਚ ਸਾਹਿਬ ਨੇ ਕਿਹਾ, ਨਾ ਰੱਬ ਗਿਆਨੀਆਂ ਨੂੰ, ਨਾ ਧਿਆਨੀਆਂ ਨੂੰ, ਨਾ ਇਸ਼ਨਾਨੀਆਂ ਨੂੰ ਨਹੀਂ ਮਿਲਦਾ। ਮਹਾਰਾਜ ਕਿਹਨਾਂ ਨੂੰ ਮਿਲਦਾ ਹੈ? ਹਜ਼ੂਰ ਕਹਿੰਦੇ ਨੇ, ਕਹਾ ਭਇਓ ਕੀ ਹੋਇਆ ਬਈ, ਜੋ ਦੋ ਲੋਚਨ ਮੂੰਦ ਕੇ। ਤੂੰ ਅੱਖਾਂ ਬੰਦ ਕਰਕੇ ਵਹਿ ਲੈਂਦਾ, ਐਦਾਂ ਤਾਂ ਬਗਲਾ ਵੀ ਵਹਿ ਲੈਂਦਾ। ਬਹਿਣਾ ਚੰਗੀ ਗੱਲ ਹੈ, ਪਰ ਤੇਰੀ ਸੁਰਤ ਸ਼ੁੱਧ ਹੋ ਜਾਏ। ਪੜੋ ਸਾਰੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੇ, ਬੈਠ ਰਹੋ ਬਕ ਧਿਆਨ ਲਗਾਇਓ। ਨਾ ਹੱਥ ਫਿਰਿਓ ਲਿਏ ਸੱਤ ਸਮੁੰਦਰਨ, ਲੋਕ ਗਇਓ ਪਰ ਲੋਕ ਵਾਸ ਕੀਓ ਵਖਿਆਨ ਸੋ ਬੈਠ ਕੇ। ऐसे ही ऐसे सो बैस बतायो, सच कहूँ सुन लियो सबे जिन प्रेम कियो, तिन ही प्रभ पायो। जो तो प्रेम खिलन का चाओ। जिन्होंने प्यार में सिक्खी कमाई, उन्होंने भार नहीं लगा। अज शहीद बाबा दीप सिंह जी का शहीदी दिहाड़ा मना रहे हो, कितना प्यार होएगा कि 78 साल की उम्र टप गई है, पर साध संगत सिक्खी नाल इन्ना गहरा प्यार है, उस उम्र विच भी सीस देना औखा नहीं लग रहा, उस उम्र विच भी शहादत देनी औखी नहीं लग रही। नहीं तो एक उम्र आउंदी है, तुसीं भी इहदे उत्ते विचार करते रहो। 50 साल की उम्र तक तकरीबन मनुख का मोराल जिहड़ा है वो चढ़दी कला विच रहिंदा है, ਵੱਡੇ ਵੱਡੇ ਡਿਸੀजन ਲੈ ਸਕਦਾ ਹੈ, ਵੱਡੇ ਕਰਜ਼ੇ ਚੁੱਕ ਸਕਦਾ ਹੈ, ਵੱਡੇ ਤੋਂ ਵੱਡੇ ਫੈਸਲੇ ਲੈ ਸਕਦਾ ਹੈ। 50 ਸਾਲ ਤੋਂ ਬਾਅਦ ਤੁਹਾਡਾ ਜਿਹੜਾ ਅੰਦਰ ਦਾ ਮਾਨਸਿਕ ਮੋਰਾਲ ਹੈ ਉਹ ਡਾਊਨ ਹੋਣ ਲੱਗ ਪੈਂਦਾ ਹੈ। ਤੁਸੀਂ ਯਕਲਕ ਫੈਸਲੇ ਨਹੀਂ ਲੈ ਸਕੋਗੇ, ਤੁਹਾਨੂੰ ਬਹੁਤ ਕੁਝ ਸੋਚਣਾ ਪੈਂਦਾ ਹੈ।
क्यों? ਤੁਹਾਡੇ ਫੈਸਲਿਆਂ ਨੂੰ ਉਸ ਉਮਰ ਵਿੱਚ ਤੁਹਾਡੇ ਬੱਚੇ ਚੈਲੰਜ ਕਰਨ ਲੱਗ ਪੈਂਦੇ ਨੇ। 30-35 ਸਾਲ ਦੀ ਉਮਰ ਤੱਕ ਤੁਹਾਡੇ ਆਪਣੇ ਫੈਸਲੇ ਨੇ, ਜੋ ਤੁਸੀਂ ਕਹਿ ਰਹੇ ਹੋ ਉਹ ਸਾਰਾ ਪਰਿਵਾਰ ਮੰਨ ਰਿਹਾ। ਉਹ ਤੋਂ ਬਾਅਦ ਜਿਵੇਂ ਜਿਵੇਂ ਉਮਰ ਵੱਧਦੀ ਹੈ, ਤੁਹਾਡੇ ਫੈਸਲਿਆਂ ਨੂੰ ਤੁਹਾਡੇ ਬੱਚੇ ਚੈਲੰਜ ਕਰਨ ਲੱਗ ਪੈਂਦੇ ਨੇ, ਤੁਹਾਨੂੰ ਡਿਸੀਜਨ ਬਦਲਣੇ ਪੈ ਲੈਂਦੇ ਨੇ। 1 ਵਾਰ 2 ਵਾਰ 6 ਵਾਰ 10 ਵਾਰ ਜਿਵੇਂ ਜਿਵੇਂ ਡਿਸੀਜਨ ਚੇਂਜ ਹੁੰਦੇ ਰਹਿਣਗੇ, ਮੋਰਾਲ ਘਟਦਾ ਜਾਏਗਾ। ਅੰਦਰੋਂ ਤੁਸੀਂ ਇਹ ਚੀਜ਼ ਮਹਿਸੂਸ ਕਰੋਗੇ, ਮੈਂ ਸ਼ਾਇਦ ਕਰ ਵੀ ਸਕਾਂਗਾ ਕਿ ਨਹੀਂ, ਬੱਚਿਆਂ ਨੂੰ ਪੁੱਛ ਲੈਣਾ ਚਾਹੀਦਾ। ਇਹ ਸੰਸਾਰੀ ਤੌਰ ਤੇ, ਪਰ ਕਿੰਨੀ ਦ੍ਰਿੜਤਾ ਹੋਏਗੀ, ਕੈਸੀ ਖੇਡ ਹੋਏਗੀ ਸਿੱਖੀ ਦੀ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਬਣਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਕੈਸੇ ਸਬਰ ਵਿੱਚ ਤੇ ਸਿਦਕ ਵਿੱਚ ਹੋਣਗੇ ਕਿ ਉਸ ਉਮਰ ਵਿੱਚ ਵੀ ਐਡਾ ਵੱਡਾ ਫੈਸਲਾ ਮੈਂ ਹਰਮੰਦਰ ਸਾਹਿਬ ਲਈ ਸੀਸ ਦੇ ਸਕਦਾ, ਔਰ ਦਿੱਤਾ ਬਾਬਾ ਦੀਪ ਸਿੰਘ ਜੀ। ਕਿੰਨਾ ਵੱਡਾ ਫੈਸਲਾ ਹੈ। ਇਹ ਦ੍ਰਿੜਤਾ, ਇਹ ਵਿਸ਼ਵਾਸ, ਇਹ ਸਿਦਕ ਇੱਕ ਚੀਜ਼ 'ਚੋਂ ਆਉਂਦਾ ਹੈ। ਉਹਨੂੰ ਸਾਹਿਬ ਨੇ ਕਿਹਾ ਗੁਰੂ ਦੀ ਬਾਣੀ ਸ਼ਬਦ। ਜਦੋਂ ਤੁਸੀਂ ਸ਼ਬਦ ਨਾਲ ਜੁੜੇ ਰਹੋਗੇ, ਇੱਕ ਚੀਜ਼ ਯਾਦ ਰੱਖਿਓ, ਤੁਸੀਂ ਸ਼ਹਾਦਤ ਦੇਣ ਦੇ ਲਾਇਕ ਆਖਰੀ ਉਮਰ ਤੱਕ ਬਣੇ ਰਹੋਗੇ। ਸ਼ਬਦ ਤੁਹਾਨੂੰ ਜ਼ੁਬਾਨ ਰੱਖਦਾ ਹੈ, ਸ਼ਬਦ ਤੁਹਾਨੂੰ ਅੰਦਰੋਂ ਦ੍ਰਿੜਤਾ ਵਿੱਚ ਰੱਖਦਾ ਹੈ, ਸ਼ਬਦ ਤੁਹਾਨੂੰ ਅੰਦਰੋਂ ਉਹ ਤਾਕਤ ਦਿੰਦਾ ਹੈ। ਸਰੀਰ ਬਾਹਰੋਂ ਬੁੱਢਾ ਦਿਸ ਸਕਦਾ ਹੈ, ਸ਼ਬਦ ਤੁਹਾਨੂੰ ਅੰਦਰੋਂ ਇੰਨੀ ਦ੍ਰਿੜਤਾ ਦੇ ਸਕਦਾ ਹੈ, ਤੁਸੀਂ ਕਿਸੇ ਉਮਰ ਵਿੱਚ ਵੀ ਕੋਈ ਕਾਰਜ ਕਰ ਸਕਦੇ। ਸ਼ਬਦ ਤੁਹਾਨੂੰ ਮਰਨ ਨਹੀਂ ਦਿੰਦਾ। ਕਿਉਂ? ਸ਼ਬਦ ਅਮਰ ਹੈ। ਸਰੀਰ ਵਿਰਧ ਹੋ ਸਕਦਾ ਹੈ, ਸ਼ਬਦ ਤੁਹਾਡੇ ਅੰਦਰ ਦੀ ਚੀਜ਼ ਨੂੰ ਅਮਰ ਕਰ ਦਿੰਦਾ ਹੈ। ਕਿਉਂਕਿ ਸ਼ਬਦ ਉਹ ਚੀਜ਼ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋਗੇ, ਤੁਸੀਂ ਰੋਜ਼ ਰਹਿਰਾਸ ਵਿੱਚ ਵੀ ਸ਼ਾਮ ਨੂੰ ਸੁਣਦੇ ਹੋ, ਦਇਆ, ਜਤ, ਸਤ, ਸੰਤੋਖ, ਇਹ ਚੀਜ਼ਾਂ ਹਿੰਦੂ ਵਾਸਤੇ ਵੀ ਉਹੀ ਨੇ, ਮੁਸਲਮਾਨ ਵਾਸਤੇ। ਧਰਮ ਦੀ ਇੱਕੋ ਚੀਜ਼ ਹੈ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਦਇਆ ਸਿੱਖਾਂ ਦੀ ਹੋਰ ਹੈ, ਹਿੰਦੂਆਂ ਦੀ ਹੋਰ ਹੈ। ਉਹਦੇ ਵਾਸਤੇ ਵੀ ਉਹੀ ਦਇਆ ਹੈ। ਜਤ ਆਚਰਣ ਸਿੱਖਾਂ ਦਾ ਹੋਰ ਹੈ, ਹਿੰਦੂ ਵਾਸਤੇ ਹੋਰ ਹੈ, ਇੱਦਾਂ ਨਹੀਂ ਹੋ ਸਕਦਾ। ਪਰ ਜਦੋਂ ਤੁਸੀਂ ਸ਼ਬਦ 'ਤੇ ਆ ਕੇ ਗੱਲ ਕਰੋਗੇ, ਉਦੋਂ ਤੁਸੀਂ ਇਹ ਸ਼ਬਦ ਤੁਹਾਨੂੰ ਯਾਦ ਹੋਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਥਾਲ ਵਿੱਚ 3 ਵਸਤੂ ਪਈਓ। ਅੱਗੇ ਕੀ ਕਿਹਾ? ਸਤ, ਸੰਤੋਖ, ਵਿਚਾਰੋ। ਹੁਣ ਸਤ ਤੇ ਸੰਤੋਖ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਇਹ ਨਹੀਂ ਵੀ ਸਿੱਖਾਂ ਲਈ ਹੋਰ ਹੈ, ਹਿੰਦੂਆਂ ਲਈ ਹੋਰ ਹੈ। ਪਰ ਉਸ ਤੋਂ ਅਗਲੀ ਪੰਕਤੀ ਜਦੋਂ ਆਈ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਨਾਮ ਵਾਸਤੇ, ਸ਼ਬਦ ਵਾਸਤੇ ਗੁਰੂ ਨੇ ਵਿਸ਼ੇਸ਼ਣ ਵਰਤਿਆ ਅੰਮ੍ਰਿਤ ਨਾਮ, ਜਿਹੜਾ ਕਦੇ ਨਹੀਂ ਮਰਦਾ, ਅਮਰ ਹੈ। ਜਦੋਂ ਉਸ ਨਾਮ ਨਾਲ ਜੁੜ ਜਾਓਗੇ, ਤੁਸੀਂ ਅੰਦਰੋਂ ਅਮਰ ਹੋ ਜਾਓਗੇ। ਸਰੀਰ ਬਾਹਰੋਂ ਬੁੱਢਾ ਹੋ ਸਕਦਾ ਹੈ, ਸ਼ਬਦ ਤੁਹਾਨੂੰ ਬੁੱਢਾ ਨਹੀਂ ਹੋਣ ਦੇਗਾ। ਔਰ ਫਿਰ ਨਾਲ ਇਹ ਵੀ ਵਿਸ਼ੇਸ਼ਣ ਲਾਇਆ, ਠਾਕੁਰ ਕਾ ਭਇਓ। ਉਹ ਸ਼ਬਦ, ਉਹ ਨਾਮ ਰੱਬ ਦਾ ਹੋਣਾ ਚਾਹੀਦਾ ਹੈ, ਕਿਸੇ ਬੰਦੇ ਦਾ ਨਹੀਂ, ਉਸ ਪਰਮਾਤਮਾ ਦਾ, ਠਾकुर ਦਾ। ਅੰਮ੍ਰਿਤ ਨਾਮ ਠਾकुर का पयो, जिसका सबस आधारो। जे को खावे जे को पुंचै, तिसका होए उधारो। जिन्हों ने खा के वो शब्द को पुंचे, कमाया, साध संगत अंदर पच गए, वो 78 साल की उम्र तो बाद भी शहीद हो सकते हैं। सिख कौम का इतिहास बड़ा नवेकला है। इत्थे 7 साल की उम्र का भी शहीद है, और साध संगत इत्थे 70 साल तो प्लस उम्र का भी शहीद है। इत्थे 3 महीने का बच्चा मां की गोद चों खो के फिरोक्षर वर्गे बादशाह, जालम बादशाह बच्चों के टोटे करके रस्सी च परो के मावां के गलों में पा देंदे ने। वो 3 साल का बच्चा भी शहीद है। इस कौम में 80 साल की उम्र का भी शहीद है। वो सिदक पता कित्थों आउंदा है? शब्द तो। मुर्दा होए मुरीद ना गली होवना, साबर सिदक शहीद परम भो खोवना। जिदन अंदर शब्द बस गया, तुसी किसी उम्र में भी कोई शहादत दे सकते। उम्र का कोई तकाजा नहीं है। वो नाम जपण वालियां मावां दे शीर विच दुध विच ऐसा सिदक सी कि छोटी उम्र के बच्चे भी डोले नहीं। क्यों? एक मां तो उस सिदक बच्चे तक ट्रांसफर होया। इसलिए साध संगत अज तुहाडे लई ये चिंता का विषय है। छोटे छोटे बच्चों के ऐनकां लग रही ने, 6-7 साल के बच्चे नूं शुगर हो रही है,
ਮੈਡੀਕਲ ਸਾਇੰਸ ਤੇ ਰਿਸਰਚ ਕਰ ਰਹੀ ਹੈ। ਇੰਨੀ ਛੋਟੀ ਉਮਰ ਵਿੱਚ ਇਹ ਰੋਗ ਨਹੀਂ ਸੀ ਲੱਗਣੇ ਚਾਹੀਦੇ, ਔਰ ਜਦੋਂ ਉਹ ਫੈਸਲੇ ਤੇ ਪਹੁੰਚਣਗੇ ਇਹ ਗੱਲ ਸਾਹਮਣੇ ਆਏਗੀ ਇਹ ਰੋਗ ਉਸ ਬੱਚੇ ਦੇ ਨਹੀਂ, ਇਹ ਉਸ ਦੀ ਮਾਂ ਜਾਂ ਪਿਓ ਤੋਂ ਟਰਾਂਸਫਰ ਹੋਏ ਨੇ ਉਹਦੇ ਤੱਕ। ਕਿਉਂ? ਤੁਸੀਂ ਦੁੱਧ ਪਿਲਾਉਂਦਿਆਂ ਵੀ ਮੋਬਾਈਲ ਯੂਜ਼ ਕਰਦੇ ਰਹੇ ਹੋ। ਹੁਣ ਉਸ ਦੁੱਧ ਨੇ ਬੜਾ ਕੁਝ ਉਸ ਬੱਚੇ ਦੇ ਅੰਦਰ ਪੈਦਾ ਕਰਨਾ ਹੈ। ਸਾਡੇ ਕਹਿਣ ਤੇ ਸ਼ਾਇਦ ਲੋਕ ਨਾ ਮੰਨਣ, ਕਿਉਂਕਿ ਧਰਮ ਨੂੰ ਲੋਕ ਇੰਨੀ ਜਲਦੀ ਨਹੀਂ ਛੇਤੀ ਐਕਸੈਪਟ ਕਰ ਦਿੱਤਾ। ਐਵੇਂ ਗੁਰਦੁਆਰੇ ਕਥਾ ਸੁਣਾਉਂਦੇ ਨੇ, ਮਾफ़ ਕਰਿਓ, ਜਿੱਦਣ ਤੁਹਾਨੂੰ ਡਾਕਟਰ ਕਹਿਣਗੇ ਕਿ ਇੱਕ ਨਵ ਜਨਮੇ ਬੱਚੇ ਨੂੰ ਮਾਂ ਦੁੱਧ ਦੇਣ ਲੱਗਿਆ ਮੋਬਾਈਲ ਫੋਨ 10 ਫੁੱਟ ਦੂਰ ਰੱਖੇ, ਬੱਚਾ ਤੰਦਰੁਸਤ ਰਹਿ ਸਕਦਾ ਹੈ, ਨਹੀਂ ਤੇ ਹੋ ਸਕਦਾ ਹੈ ਉਹ ਛੋਟੀ ਉਮਰ ਵਿੱਚ ਵੱਡੇ ਰੋਗ ਦਾ ਸ਼ਿਕਾਰ ਹੋ ਜਾਏ। ਉਦੋਂ ਤੁਸੀਂ ਮੰਨੋਗੇ? ਖੈਰ, ਜੇ ਇਹਨਾਂ ਚੀਜ਼ਾਂ ਦਾ ਇਫੈਕਟ ਹੋ ਸਕਦਾ ਹੈ ਤਾਂ ਦੂਜੇ ਪਾਸੇ ਵੀ ਸੱਚ ਹੈ। ਜੇ ਕੋਈ ਦੁੱਧ ਪਿਲਾਉਣ ਲੱਗਿਆ ਮਾਂ ਗੁਰੂ ਦਾ ਸ਼ਬਦ ਜਪਦੀ ਹੈ, ਉਹ ਛੋਟੀ ਉਮਰ ਵਿੱਚ ਬੱਚੇ ਦੇ ਅੰਦਰ ਬਲ, ਤਾਕਤ, ਸਿਦਕ ਵੀ ਆ ਸਕਦਾ ਹੈ। ਉਹ ਬੱਚਾ ਭਗਤ ਵੀ ਹੋ ਸਕਦਾ ਹੈ, ਉਹ ਬੱਚਾ ਸ਼ਹੀਦ ਵੀ ਹੋ ਸਕਦਾ ਹੈ। ਕਿਉਂ? ਉਹਦੇ ਅੰਦਰ ਮਾਂ ਦੇ ਰਾਹੀਂ ਉਹ ਚੀਜ਼ ਉਸ ਬੱਚੇ ਤੱਕ ਟਰਾਂਸਫਰ ਹੋ ਗਈ ਹੈ, ਉਹਦੇ ਵਿੱਚ ਤਬਦੀਲ ਹੋ ਗਈ ਹੈ। ਮਾਂ ਦੇ ਸ਼ੀਰ ਦੁੱਧ ਦੇ ਰਾਹੀਂ ਇਕੱਲੇ ਪ੍ਰੋਟੀਨ ਨਹੀਂ, ਵਿਚਾਰਾਂ ਦੀ ਬਹੁਤ ਵੱਡੀ ਤਾਕਤ ਵੀ ਬੱਚੇ ਵਿੱਚ ਜਾਂਦੀ ਹੈ। ਇਸ ਲਈ ਅਸੀਂ ਅਕਸਰ ਬੇਨਤੀ ਕਰੀਦੀ ਹੈ, ਜਿਹੜੀਆਂ ਭੈਣਾਂ ਕੋਲ ਛੋਟੇ ਬੱਚੇ ਹੋਣ ਉਹਨਾਂ ਨੂੰ ਅਦਬ ਨਾਲ ਕਹੀਦਾ ਕਿ ਜਦੋਂ ਇਹਨਾਂ ਨੂੰ ਦੁੱਧ ਪਿਲਾਉਣਾ ਹੈ ਉਦੋਂ 5-7 ਮਿੰਟ ਵਾਸਤੇ ਮੋਬਾਈਲ ਦੂਰ ਰੱਖੋ। 19 ਮਿੰਟ ਜੇ ਤੁਸੀਂ ਗੁਰਮੰਤਰ, ਮੂਲ ਮੰਤਰ ਪੜ੍ਹ ਲਓ, ਬਹੁਤ ਕੁਝ ਤੁਸੀਂ ਆਪਣੇ ਬੱਚੇ ਨੂੰ ਦੇ ਸਕਦੇ ਹੋ। ਇਹ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ। ਧਾਰ ਲਓਗੇ ਤਾਂ ਵੀ ਠੀਕ ਹੈ, ਨਹੀਂ ਤੇ ਅੱਗੇ ਆਪੋ ਆਪਣੀ ਮਰਜ਼ੀ ਹੈ। ਕਿਉਂਕਿ ਸਾਡਾ ਕਹਿਣ ਦਾ ਫਰਜ਼ ਹੈ, ਜੇ ਤੁਸੀਂ ਚਾਹੁੰਦੇ ਹੋ ਬੱਚੇ ਦੇ ਅੰਦਰ, ਬਾਅਦ ਵਿੱਚ ਕਹਿੰਦੇ ਹੋ ਬੱਚਾ ਭਟਕ ਰਿਹਾ ਜੀ, ਕਹਿਣੇ ਤੋਂ ਬਾਹਰ ਜਾ ਰਿਹਾ, ਇਹਨੂੰ ਕ੍ਰੋਧ ਬਹੁਤ ਆਉਂਦਾ ਹੈ, ਇਹਨੂੰ ਗੁੱਸਾ ਬਹੁਤ ਆਉਂਦਾ ਹੈ, ਉਹ ਪੁੱਛੋ ਕਿੱਥੋਂ ਆਇਆ ਹੈ? ਉਹਦੇ ਵਿੱਚ ਕਿਤੇ ਨਾ ਕਿਤੇ ਫਾਲਟ ਸਾਡਾ ਹੈ। ਜਦੋਂ ਅਸੀਂ ਬੱਚੇ ਨੂੰ ਫੀਡ, ਦੁੱਧ, ਖਾਣਾ, ਖੁਰਾਕ ਦਿੱਤਾ ਹੈ, ਉਹਦੇ ਵਿੱਚ ਸ਼ਬਦ ਦਾ ਕੋਈ ਉਪਯੋਗ ਨਹੀਂ, ਨਾਮ ਕੋਈ ਨਹੀਂ ਜਪਿਆ। ਦੁੱਧ ਪਿਲਾਉਣ ਵਾਲੀ ਮਾਂ ਖੁਦ ਡਿਸਟਰਬ ਹੈ ਮੋਬਾਈਲ ਕਰਕੇ, ਬੱਚਾ ਕਿਉਂ ਨਹੀਂ ਡਿਸਟਰਬ ਹੋਏਗਾ? ਉਹਦੇ ਅੰਦਰ ਉਹ ਗਤੀ ਕਿਉਂ ਨਹੀਂ ਵਧੇਗੀ ਉਹਨਾਂ ਚੀਜ਼ਾਂ ਦੀ? ਸੋ ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋਣਾ ਪੈਣਾ। ਅੱਜ ਜਿਸ ਸ਼ਹੀਦ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ, ਸਾਧ ਸੰਗਤ, ਉਸ ਸ਼ਹੀਦ ਦੀ ਨੀਂਹ ਸ਼ਬਦ ਤੋਂ ਰੱਖੀ ਗਈ ਹੈ। ਮਾਂ ਪਿਓ ਸ਼ਬਦ ਦੇ ਧਾਰਨੀ ਨੇ। ਵਕਤ ਆਉਂਦਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਨੇ, ਮਹਾਰਾਜ ਸਾਨੂੰ ਅਕਾਲ ਪੁਰਖ ਨੇ ਬੱਚਾ ਦਿੱਤਾ, ਨਾਮ ਰੱਖ ਦਿਓ। ਸਤਿਗੁਰਾਂ ਕਿਹਾ ਪਹਿਲਾਂ ਕੀ ਰੱਖਿਆ ਹੋਇਆ? ਕਹਿੰਦੇ ਜੀ ਦੀਪਾ ਰੱਖਿਆ। ਪਿਆਰ ਨਾਲ ਦੀਪ ਕਹੀਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਵਿੱਚ ਆਉਣ ਲੱਗ ਪਏ। ਵਕਤ ਆਉਂਦਾ ਹੈ, ਸੰਨ 1699 ਦੀ ਵਿਸਾਖੀ ਤੋਂ ਅਗਲੇ ਬਾਅਦ, ਭਾਵ 1700 ਈਸਵੀ ਦੀ ਵਿਸਾਖੀ ਆਉਂਦੀ ਹੈ। ਖੰਡੇ ਵਾਟੇ ਦੀ ਪੌਲ ਛਕਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਰੱਖਦੇ ਨੇ ਭਾਈ ਦੀਪ ਸਿੰਘ। ਮਾਂ ਪਿਓ ਦਾ ਵੀ ਸ਼ਬਦ ਹੈ, ਮਾਂ ਪਿਓ ਵੀ ਨਾਮ ਜਪਣ ਵਾਲੇ ਨੇ। ਅੱਗੇ ਫਿਰ ਛੋਟੀ ਉਮਰ ਵਿੱਚ ਗੁਰੂ ਕੋਲੋਂ ਨਾਮ ਧਰਾ ਕੇ, ਗੁਰੂ ਕੋਲੋਂ ਅੰਮ੍ਰਿਤ ਦੀ ਦਾਤ ਦੇ ਕੇ ਤੀਜੀ ਵਾਰ ਨਾਮ ਬਦਲਿਆ ਭਾਈ ਦੀਪ ਸਿੰਘ। ਔਰ ਸਾਧ ਸੰਗਤ, ਇੱਕ ਨਾਮ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਤਬਦੀਲ ਕੀਤਾ। ਦਮਦਮਾ ਸਾਹਿਬ ਦੀ ਧਰਤੀ ਉੱਤੇ ਸਾਹਿਬ ਨੇ ਇੱਕ ਸ਼ਬਦ ਹੋਰ ਦਿੱਤਾ, ਅੱਜ ਤੋਂ ਬਾਅਦ ਤੈਨੂੰ ਭਾਈ ਦੀਪ ਸਿੰਘ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉਤਾਰੇ ਕੀਤੇ ਨੇ। ਸੰਗਤ ਪ੍ਰੇਮ ਵਿੱਚ ਤੈਨੂੰ ਬਾਬਾ ਦੀਪ ਸਿੰਘ ਕਹੇਗੀ। ਸਾਧ ਸੰਗਤ, ਜਿੱਦਣ ਇਸ ਅਵਸਥਾ ਵਿੱਚ ਜਾ ਕੇ ਸ਼ਹਾਦਤ ਦਿੱਤੀ, ਉਦਣ ਫਿਰ ਇੱਕ ਨਾਮ ਬਦਲਿਆ। ਹੁਣ ਤੁਸੀਂ ਇਕੱਲਾ ਬਾਬਾ ਦੀਪ ਸਿੰਘ ਨਹੀਂ, ਹੁਣ ਸ਼ਹੀਦ ਬਾਬਾ ਦੀਪ ਸਿੰਘ ਕਹਿੰਦੇ। ਜਦੋਂ ਸੰਨ 1857 ਵਿੱਚ ਅੰਗਰੇਜ਼ਾਂ ਨੇ ਹਿੰਦੁਸਤਾਨ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ, ਈਸਟ ਇੰਡੀਆ ਕੰਪਨੀ ਦੇ ਰਾਹੀਂ, ਉਹਨਾਂ ਦਾ ਨਿਯਮ ਰਿਹਾ, ਹੁਣ ਵੀ ਹੈ, ਜਿਹੜੀ ਜਗ੍ਹਾ ਤੇ ਉਹਨਾਂ ਨੇ ਰਾਜ ਕਰਨਾ ਹੈ, ਉਸ ਜਗ੍ਹਾ ਬਾਰੇ ਕੁਝ ਸਾਲ ਪਹਿਲਾਂ ਉੱਥੋਂ ਦੇ ਸਾਰੇ ਵਾਤਾਵਰਣ, ਰਹਿਸ਼ੀ ਲੋਕਾਂ ਦਾ ਚਾਲ ਢਾਲ, ਰੰਗ ਰੂਪ, ਲੋਕ ਨਾਚ, ਜੋ ਕੁਝ ਹੈ, ਉਹਨੂੰ ਚੰਗੀ ਤਰ੍ਹਾਂ ਪੜਤਾਲ ਕਰਦੇ ਨੇ। ਹਿੰਦੁਸਤਾਨ ਵਿੱਚ ਆਏ, ਉਹਨਾਂ ਪੜਤਾਲ ਕੀਤੀ ਕਿਹੜੇ ਖਿੱਤੇ ਕਮਜ਼ੋਰ ਨੇ, ਕਿੱਥੇ ਰਾਜ ਛੇਤੀ ਕੀਤਾ ਜਾ ਸਕਦਾ ਹੈ, ਕਿੱਥੇ ਰਾਜ ਕਰਨਾ ਔਖਾ ਹੈ, ਕਿਸ ਇਲਾਕੇ ਵਿੱਚ ਰਾਜ ਦੀ ਕੀ ਮੁਸ਼ਕਲ ਹੋ ਸਕਦੀ। ਵਿਚਾਰ ਹੋਈ। ਕਹਿੰਦੇ ਨੇ ਉਹਨਾਂ ਦੇ ਵਿਚਾਰਵਾਨ ਬੰਦਿਆਂ ਨੇ ਲਾਰਡ ਡਲਹੌਜ਼ੀ ਨੂੰ ਇਹ ਮਸ਼ਵਰਾ ਦਿੱਤਾ ਕਿ ਪੰਜਾਬ ਵਿੱਚ 2 ਖਿੱਤੇ ਨੇ, ਹਿੰਦੁਸਤਾਨ ਵਿੱਚ 2 ਐਸੇ ਇਲਾਕੇ ਨੇ ਜਿੱਥੇ ਤੁਹਾਨੂੰ ਰਾਜ ਕਰਨ ਲਈ ਦੇਰ ਲੱਗੇਗੀ, ਵਕਤ ਲੱਗੇਗਾ। ਉਸ ਜਗ੍ਹਾ ਉੱਤੇ ਪੈਰ ਬਾਅਦ ਵਿੱਚ ਰੱਖਿਓ, ਪਹਿਲਾਂ ਹੋਰ ਰਿਆਸਤਾਂ ਵਿੱਚ ਰਾਜ ਕਰ ਲਓ। ਉਹ ਕਿਹੜੀਆਂ ਨੇ?
उन्होंने कहा जी सब तो ज़्यादा खतरनाक दक्षिण में एक इलाका है जिन्हों मरहट्टियां का कहते हैं, उत्थे राज करना औखा है। अकबर तो लैके औरंगजेब तक उस इलाके के लोग जिहड़े ने महाराणे प्रताप राजपूत की वंश जिहड़ी है उन्होंने उस इलाके विच उस राजियां नूं बढ़न नहीं दिता, अपने इलाके विच आज़ादी राज किया है और सारी उम्र दक्षिण की मुहिम उत्ते दुखी रहा। औरंगजेब अकबर तो लैके औरंगजेब तक सारे बादशाह दुखी रहे, उन्हें आज़ाद राज किया। और दूसरा हिंदुस्तान में खिता एक छोटा जिहा पंजाब, जिथे गुरु नानक साहब महाराज का चलाया पंथ बहुतात में लोग रहिंदे ने। वो निर्मल पंथ 239 साल बाद खालसा पंथ बने और औरंगजेब बादशाह तक श्री गुरु गोबिंद सिंह महाराज नूं वो हरा नहीं सके। उस तो बाद उन्हों का राज भी रहा, सिक्का भी चलाया, बाबा बंदा सिंह बहादुर का राज भी आया, अंग्रेजी राज तक सारिया गल्लां दस दित्तियां भी पंजाब भी एक खतरनाक इलाका है। वो बंदे जिरी बड़े, उन्होंने कहा खूबी की है? उन्होंने कहा खूबी ये है जिन्होंने मरहट्टे कहते हैं ना, ये जंग में लड़न नूं बहुत चीड़े ने। जे किते इन्हां नाल लड़ाई पेचा पै जाए ये मैदान छड्ड के भजदे नहीं है, मर जाणगे मैदान नहीं छड्डणगे, मर जाणगे मैदान छड्ड के नहीं भजणगे। मैदान चों हटदे ने मर के ही हटदे ने, इसलिए मराठियां नूं मरहट्टे कहंदे ने, मरहट्टे कहंदे ने, मर के हटदे ने। ये छड्डदे नहीं मैदान, मर के हटदे ने। लॉर्ड डलहौजी कहंदा है भी ये बड़ा जिदी गल है भी इन्ने जिद नाल बंदे लड़न कि मर के ही हटण, भजणे ही ना कदे जंग जाओ। असीं तां लोकां नूं थोड़ा मारीदा, बाकी भजा के राज करीदा। जिहड़ी कौम मर के ही हटदी होवे उत्ते राज करना औखा है। लॉर्ड डलहौजी ने कहा भी ये तो वाकई ही सोचण वाली गल है, ये तो औखा इन्हां लोकां ते राज करना। वो दस्सण वाले ने कहा जी इन्हां तो भी औखा खालसियां ते राज करना। वो कहंदे उन्हां दी की खूबी है? इन्हां तो भी औखा गुरु गोबिंद सिंह महाराज ने खालसा पंथ दे राज करना है, पंजाब दे राज करना। उन्हें कहा उन्हां दी की खूबी है? कहना जी मरहट्टियां दी खूबी है जंग विच हटदे नहीं, मर के ही हटदे ने, मर के ही हटदे ने, मैदान छड्ड के भजदे नहीं। खालसियां दी ये खूबी है, ये मर के भी हटदे नहीं, सिर वड्ढण तो बाद भी लड़दे रहिंदे ने। डलहौजी बड़ा हैरान होया, उन्हें कहा सिर वड्ढण तो बाद भी? जदों शहीद बाबा दीप सिंह की हिस्टरी सामने लिया के दसी, वो हैरान होकर कहंदा लाहौर तक तुरकन्ना फौज भज के रौला पाउंदी, वो सिर वड्डे भी मगर आ रहे ने। साध संगत डलहौजी ने कहा ये होर भी खतरनाक कौम है। और तुसीं हैरान होवोगे पूरे 100 साल तो सब तो घट राज जिहड़ा है वो खालसा राज के खिते विच अंग्रेज़ां दा राज होया, बाकी पहलां कीता सब पासे। मर के भी नहीं हटते, सिर वड्ढण तो बाद भी नहीं हटते। कई बार इत्ते असीं तर्क करन लग पैंदे आ, क्योंकि हुण मीडिया का युग है। माड़ी जी गल होवे लोग झट मोबाइल ते चाढ़ दिंदे ने। अज जिन्हों तुसीं फेसबुक कहंदे हो, मेरी नज़र में सब तो वड्डी कलेस बुक है, जिन्ना कलेस इहने पाया होर किसी चीज़ ने पाया ही नहीं। नॉलेज वास्ते चंगी गल है, पर सब तो वध कलेस थल्ले कमेंट कढ़ के वेखो तुसीं, इहदे उत्ते पिया होया है। खैर जिन्होंने शक है कि सिर वड्ढण तो बाद किवें कोई लड़ सकता है, सीस वड्ढण तो बाद किवें कोई लड़ सकता है, ये किसी आम बंदे उत्ते गल लागू नहीं हो सकती। आम बंदा कहे जी सिर वड्ढ के मैं वेखां किवें लड़दे ने, नहीं लड़िया जा सकता। क्यों? जिहदे पिछे शब्द की करामात है। आप उहदी गल कर रहे हैं। बाबा दीप सिंह जी का जन्म शब्द जपण वालियां दी कुख तो होया है। बाबा दीप सिंह जी नूं पौल श्री गुरु गोबिंद सिंह महाराज ने बख्शिश की है। साध संगत जिन्हां मावां दी भगती ते शब्द का अभ्यास होवे, उन्हां दे शीर चों दुध चों सूरवीर पैदा हुंदे ने, और उन्हां नूं दुनियावी आम बंदियां नाल जोड़िया नहीं जा सकता। शब्द की गल अलग है। मैं शुरू तो शब्द की एक कथा तुहाडे समक्ष रखी। अमृत नाम ठाकुर का पयो, जे शब्द अमृत है छकण वाले दे अंदर भी वो शक्ति अमर हो सकती है। किवें? एक शब्द मैं माझ दी वार विचों श्लोक कह के तुहाडी तसल्ली ले कह देना। इम्पॉसिबल है कि गावां मांस खाण, इम्पॉसिबल है कि शेर जिहड़ा है वो घाह खावे, खा ही नहीं सकता, उसकी खुराक मांस है।
पर सतगुरु गुरु ग्रंथ साहब महाराज ने कहा जे रब खुआण ते आ जाए तो हो सकता है। ਜਿਹੜੇ जानवर मांस खाते ने रब खुआउण ते आ जाए घाह खाण लग पैणगे, जे रब खुआउण ते आ जाए घाह वाले मांस भी खा सकते ने। शब्द मैं तुहानूं श्रवण करवा दा। हजूर ने कहा छीयां वाजां चरगां कुइयां ये सारे जीव मांस खाण वाले ने, शेर तो लैके छीयां वाजां चरगां कुइयां इन्हां खवाले घाह घाह खान तेना मास खवाले चलाए रब राह भी चला सकता। नदियां विच टिब्बे दे खाले थली करे असगा। जेड़े राजस्थान में पानी नहीं लभदा उत्थे कदे हड़ भी लिया दिंदा रब जदों लियाण ते आउंदा। थली करे असगा कीड़ा थाप दे पातशाही लश्कर करे सुआह। वड्डे वड्डे लश्कर फौजां दे मालकां नूं सुआह कर दिंदा है, जे चाहे तो कीड़े नूं पातशाह भी बना दिंदा है। हुण अखीर ते पंक्ति की कही कीड़ा थाप दे पातशाही लश्कर करे सुआह। जिते जी जी वाले साह जिन्ने जीव जीउंदे ने साह करके जींदे ने। साह है तो जींदे हैं, साह नहीं तो मौत है। पर जे रब चाहे जिते जी जी वाले साह जी वाले ताके आसा। रब चाहे बिना साहां तो जिउंदा रख सकता है, वो चाहे तो फिर सीस वड्डे तो भी लड़िया जा सकता है। इसलिए आप गुरु के शब्द पर विश्वास रखना है। अमृत नाम ठाकुर का पैयो जिसका सब उधारो। श्री गुरु नानक साहब महाराज ने जिहड़ा निर्मल पंथ तोरिया है वो 239 साल बाद एक पूर्ण मनुख की सिरजना हुई, उसका नाम रखा खालसा पंथ। समा समाप्त है, 1 मिनट में गल कह के समाप्ति करा। जिथों मैं कथा शुरू की सी, सवारी हुई चीज़ की कीमत बढ़ती है। जिथों सोना निकलता है वो किसी ज्यूलर सराफ के बाजार चों होकर गुजरता है, कीमत बढ़ती है। आम पत्थर जदों घड़िया जाता है उसकी कीमत बढ़ जाती है, सवारिया जाता है। गुरु जीवन सवारता है। और साध संगत गुरु ग्रंथ साहब महाराज जी का प्रकाश जो घर में कराते हो ना, एक मंजी साहब लैके जाईदा है जिहदे उत्ते पातशाह का प्रकाश होंदा है। जे तो स्टील के पाइपों की बनी है तो भी उसकी कीमत 2 या 3 हज़ार है, जे लकड़ की बनी है तो भी 2-3 हज़ार है। पर जदों उन्होंने लैके जाना है उसकी मंग करनी है, तुहाडी रसना तो की निकलता है? मंजी साहब। की निकलता है? मंजी साहब। हालांकि उसकी कीमत 2-3 हज़ार है। ਉਹਦੇ ਮੁਕਾਬਲੇ 'ਚ ਤੁਹਾਡੇ ਘਰ ਵਿੱਚ ਜਿਹੜਾ ਬੈੱਡ ਲੱਗਾ ਹੈ ਉਹ 30-40 ਹਜ਼ਾਰ ਦਾ ਬੈੱਡ ਹੋ ਸਕਦਾ ਹੈ, 10-20 ਹਜ਼ਾਰ ਦੇ ਉੱਪਰ ਗੱਦੇ ਹੋ ਸਕਦੇ। ਕੁੱਲ ਮਿਲਾ ਕੇ ਤੁਹਾਡੇ ਘਰ ਦਾ ਬੈੱਡ 50-60-70 ਹਜ਼ਾਰ ਦਾ ਹੋ ਸਕਦਾ ਹੈ। ਪਰ ਮੈਨੂੰ ਮਾਫ ਕਰੋ, ਮੇਰਾ ਨਾਮ ਬਟਾ ਦਿਓ ਜੇ ਤੁਹਾਡੇ ਬੈੱਡ ਨੂੰ ਕੋਈ ਬੈੱਡ ਸਾਹਿਬ ਕਹਿ ਦੇ, ਭਾਵੇਂ 70 ਹਜ਼ਾਰ ਦਾ ਹੋਵੇ। ਮੰਜੀ ਸਾਹਿਬ ਨੂੰ ਮੰਜੀ ਸਾਹਿਬ ਕਿਉਂ? ਸਾਹਿਬ ਨਾਲ ਜੁੜ ਗਈ ਹੈ। ਤੁਹਾਡੀ ਕੋਠੀ 2 ਕਰੋੜ ਦੀ ਕਿਉਂ ਨਾ ਹੋਵੇ, ਉਹਨੂੰ ਕੋਈ ਹੱਥ ਜੋੜ ਕੇ ਮੱਥਾ ਟੇਕ ਕੇ ਨਹੀਂ ਲੰਘਦਾ। ਜਿੱਥੇ ਗੁਰੂ ਦਾ ਨਿਸ਼ਾਨ ਲੱਗਾ ਉਹ ਇਮਾਰਤ ਭਾਵੇਂ ਛੋਟੀ ਹੋਵੇ, ਉੱਥੋਂ ਲੰਘਣ ਲੱਗਿਆ ਸੀਸ ਵੀ ਝੁਕਦਾ ਹੈ, ਉੱਥੋਂ ਲੰਘਣ ਲੱਗੇ ਨੂੰ ਸ਼ਾਂਤੀ ਵੀ ਮਿਲਦੀ ਹੈ। ਕਿਉਂ? ਸਾਹਿਬ ਦਾ ਪ੍ਰਕਾਸ਼ ਹੈ। ਜਿਹੜੀ ਚੀਜ਼ ਸਾਹਿਬ ਨਾਲ ਜੁੜ ਜਾਏ ਉਹਦੀ ਵਡਿਆਈ ਹੋਏਗੀ, ਉਹਦੀ ਕੀਮਤ ਵਧੇਗੀ। ਮੇਰੇ ਸਾਹਿਬ ਨੇ ਕਿਹਾ, ਸਿੱਖਾ ਮੈਂ ਤਾਂ ਤੇਰੀ ਵੀ ਕੀਮਤ ਵਧਾਉਣੀ ਚਾਹੁੰਦਾ, ਪਰ ਅਫਸੋਸ तू निर्मल होना ही नहीं चाहता। अफसोस तू साहिब बनना ही नहीं चाहता। मैं तो तेनों भी साहिब बनाने नूं फिरदा, तू साहिब बनना ही नहीं चाहता। ये कमी तेरे विच है सिखा। गुरु तो तेनों भी साहिबी देनी चाहता है, पर शर्त एक है, रहनी रहे सोई सिख मेरा, ओ साहिब मैं उसका चेहरा। तू रहनी विच आ जा, तू भी साहिब हो जाएगा। तू रहनी विच आ जा, तेनों गुरु साहिब बना देगा। अरदास करो आप गुरु की रहनी में आ सकीए। बाणी पढ़ो, नितनेम करो, गुरु के दिते हुए वक्त अनुसार उठो। लेट तो लेट
ਜਦੋਂ ਪੰਛੀ ਬੋਲਣ ਲੱਗ ਜਾਣ ਉਦੋਂ ਤੇਰੀ ਨੀਂਦ ਚੋਂ ਜਾਗ ਖੁੱਲ੍ਹ ਜਾਣੀ ਚਾਹੀਦੀ ਹੈ। ਅਕੈਡਮਿਕ ਐਜੂਕੇਸ਼ਨ ਲੈਣ ਲਈ ਲੋਕ 3-3 ਵਜੇ 4-4 ਵਜੇ ਬੱਚਿਆਂ ਨੂੰ ਉਠਾਲ ਕੇ ਟਿਊਸ਼ਨਾਂ ਭੇਜਦੇ ਨੇ। ਉਹ ਕਦੇ ਰੱਬ ਨਾਲ ਮਿਲਣ ਵਾਸਤੇ ਵੀ ਅੱਧਾ ਘੰਟਾ 20 ਮਿੰਟ ਉੱਠਿਆ ਕਰੀਏ, ਇਹ ਜੀਵਨ ਸਬਰ ਜਾਏਗਾ। ਮੇਰਾ ਵਿਸ਼ਵਾਸ ਹੈ 24 ਘੰਟਿਆਂ 'ਚ 24 ਮਿੰਟ ਕੱਢ ਕੇ ਜਪਜੀ ਸਾਹਿਬ ਕਰ ਲਿਆ ਕਰੋ। 24 ਕੁ ਮਿੰਟ ਹੀ ਲੱਗਦੇ ਨਾ। ਇੱਕ ਜਪਜੀ ਸਾਹਿਬ ਸਿੱਖਾ ਤੂੰ ਪਿਆਰ 'ਚ ਬੱਚਿਆ ਕਰ ਲਿਆ ਕਰ। ਗੁਰੂ ਨੇ ਤੈਨੂੰ ਪਿਆਰ ਦਿੱਤਾ, ਉਹ 24 ਘੰਟਿਆਂ 'ਚ ਇੱਕ 24 ਮਿੰਟਾਂ ਦਾ ਜਪਜੀ ਸਾਹਿਬ ਕਰ। ਜਾਂ ਤੇਰੇ 24 ਘੰਟਿਆਂ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਦੀ ਹੈ। ਆਪਾਂ ਕਰੀਏ ਪਾਠ, ਬਾਣੀ ਪੜ੍ਹੋ, ਸਹਿਜ ਪਾਠ ਜ਼ਰੂਰ ਕਰੋ, ਤਾਂ ਜੋ ਪ੍ਰਬੰਧਕਾਂ ਦੇ ਕੀਤੇ ਹੋਏ ਯੋਗ ਉਪਰਾਲੇ ਸਫਲ ਹੋ ਸਕਣ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਇਹ ਨਿਰਮਲ ਪੰਥ ਮਿਸ਼ਨ ਆਪਾਂ ਇਸ ਮਾਰਗ 'ਤੇ ਤੁਰ ਕੇ ਜੀਵਨ ਸਫਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਸਮੂਹ ਪ੍ਰਬੰਧਕਾਂ ਦਾ, ਸੰਗਤਾਂ ਦਾ ਬਹੁਤ ਧੰਨਵਾਦ। ਗੁਰੂ ਪੰਥ ਦੇ ਪਿਆਰੇ ਕੀਰਤਨੀਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰੇ ਕੀਰਤਨੀਏ ਭਾਈ ਸਾਹਿਬ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਉਹ ਪਹੁੰਚ ਗਏ ਨੇ। ਅਗਲਾ ਪ੍ਰੋਗਰਾਮ ਸਰਵਣ ਕਰੋ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀਆਂ ਦਾ। ਦਿਓ ਅਸੀਸ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ। ਕੁਛ ਟ੍ਰੈਫਿਕ ਦੇ ਕਾਫੀ ਹੋਣ ਕਰਕੇ ਭਾਈ ਸਾਹਿਬ 5-7 ਮਿੰਟ 'ਚ ਲੇਟ ਜ਼ਰੂਰ ਹੋਏ, ਅਤੇ ਉਹਨਾਂ ਦੀ ਬੇਨਤੀ ਇਸ ਲਈ ਉਹਨਾਂ ਨੇ ਅਸੀਂ ਕਰਕੇ ਉਸ ਸਹੀ ਟਾਈਮ 'ਤੇ ਨਹੀਂ ਪਹੁੰਚ ਸਕੇ ਸੀ, ਇਸ ਕਰਕੇ ਤੇ ਮਾਫੀ ਮੰਗਦੇ ਹਾਂ ਤੁਹਾਡੇ ਤੋਂ। ਅਤੇ ਹੁਣ ਜੋ ਸਮਾਂ ਹੈ ਸਾਡੇ ਸਤਿਕਾਰਯੋਗ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਸ਼ੌਕੀਨ ਸਿੰਘ ਜੀ ਠੀਕ 9 ਵਜੇ ਤੱਕ ਕੀਰਤਨ ਦੀ ਹਾਜ਼ਰੀ ਲਵਾਉਣਗੇ ਅਤੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਵੇਗੀ। ਅਤੇ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਪੂਰੇ ਪ੍ਰੋਗਰਾਮ ਜੁੜੇ ਰਹਿਣਾ ਹੈ, ਲੰਗਰ ਵੀ ਛਕ ਕੇ ਜਾਣਾ, ਇਹ ਬੇਨਤੀ ਪ੍ਰਵਾਨ ਕਰ।